ਸੁਖਾਹੁ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾ ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਲੋਕ ਪਸ਼ੂ ਬਹੁ ਭਏ ਦੁਖਾਰੇ, ਕਰੈ ਪ੍ਰਤੀਖਣ ਹੈ ਪੁਨ ਸਾਰੇ। ਬੈਠੇ ਸਗਨ ਬਿਖੈ ਨਰ ਨਾਰੀ, ਉਹੇ ਨ ਪ੍ਰਾਗ ਸਗਨ ਮਤ ਹਾਰੀ। ਚੌਪਈ। ਲੋਕ ਪਸ਼ੂ ਬਹੁ ਭਏ ਦੁਖਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਪਰਮ ਪ੍ਰੀਤਵਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਮੇਘ ਵਰ ਰਿਹਾ ਹੈ। ਸਤਿਗੁਰੂ ਜੀ ਦੇ ਨਾਮ ਬਾਣੀ ਦੀਆਂ ਅੰਮ੍ਰਿਤ ਰਿਸ਼ਮਾਂ ਦੇ ਨਾਲ ਸਾਰਾ ਵਾਤਾਵਰਨ ਸਰਸ਼ਾਰ ਹੋ ਰਿਹਾ ਹੈ। ਸੰਧਿਆ ਦੇ ਦੀਵਾਨ ਵਿੱਚ ਆਪ ਜੀ ਨੇ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖਾਂ ਦੇ ਅਸਥਾਨ ਨਗਰ ਤਲਣ ਵਿਖੇ ਨਿੱਤਾ ਪ੍ਰਤੀ ਦੀ ਤਰ੍ਹਾਂ ਹਾਜ਼ਰੀਆਂ ਭਰੀਆਂ ਹਨ। ਕੁਝ ਇੱਕ ਸੰਗਤਾਂ ਦੂਰ ਦੁਰਾਡਿਆਂ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਚੱਲ ਕੇ ਗਰੀਬ ਸ਼ਾਮ ਦੇ ਦੀਵਾਨ ਦੇ ਵਿੱਚ ਜੁੜ ਬੈਠੇ ਹਾਂ। ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਉਪਰੰਤ ਗੁਰੂ ਕੇ ਕੀਰਤਨੀਏ ਰਾਗੀ ਸਿੰਘਾਂ ਦੇ ਪਾਸੋਂ ਗੁਰਬਾਣੀ ਦਾ ਕੀਰਤਨ ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਗੁਰੂ ਕੇ ਗ੍ਰੰਥੀ ਸਿੰਘਾਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਕਥਾ ਦਾ ਸਮਾਂ ਆਇਆ ਹੈ। ਨਿੱਤਾ ਪ੍ਰਤੀ ਦੀ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚੱਲ ਰਹੇ ਲੜੀਵਾਰ ਇਤਿਹਾਸ ਦੇ ਨਾਲ ਮਨ ਬਿਰਤੀਆਂ ਨੂੰ ਜੋੜੀਏ। ਬੀਤੇ ਕੱਲ ਆਪਾਂ ਸਰਵਣ ਕੀਤਾ ਕਲਗੀਆਂ ਵਾਲੇ ਚੋਜੀ ਪ੍ਰੀਤਮ ਦਸ਼ਮੇਸ਼ ਪਿਤਾ ਨੀਲੇ ਦੇ ਸ਼ਾਹ ਅਸਵਾਰ ਅੰਮ੍ਰਿਤ ਦੇ ਦਾਤੇ ਸਰਬੰਸਦਾਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਦੇ ਉੱਤੇ ਚਰਨ ਪਾ ਕੇ ਇਸ ਧਰਤੀ ਨੂੰ ਸੁਭਾਗੀ, ਇਸ ਧਰਤੀ ਨੂੰ ਪੂਜਣਯੋਗ ਬਣਾ ਰਹੇ ਹਨ।
ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਇਸ ਇਲਾਕੇ ਦਾ ਰਾਏ, ਇਸ ਇਲਾਕੇ ਦਾ ਰਾਜਾ, ਇਸ ਇਲਾਕੇ ਦਾ ਚੌਧਰੀ ਭਾਈ ਡੱਲਾ, ਭਾਈ ਡੱਲਾ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਹਮੇਸ਼ਾ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ। ਸਤਿਗੁਰੂ ਜੀ ਬਹੁਤਾ ਟਿਕਾਣਾ ਸ੍ਰੀ ਦਮਦਮਾ ਸਾਹਿਬ ਹੀ ਕਰਦੇ। ਕਦੇ ਕਦਾਈ ਆਪਣੀ ਮੌਜ ਦੇ ਵਿੱਚ ਦੂਰ ਦੁਰਾਡੇ ਇਲਾਕਿਆਂ ਵਿੱਚ ਨਿਕਲ ਜਾਇਆ ਕਰਦੇ, ਕਿਸੇ ਨਾ ਕਿਸੇ ਜੀਵ ਨੂੰ ਤਾਰਨ ਦੇ ਲਈ, ਕਿਸੇ ਸਰਾਪੀ ਹੋਈ ਧਰਤੀ ਨੂੰ ਮੁੜ ਤੋਂ ਬਖਸ਼ਿਸ਼ਾਂ ਦੇ ਯੋਗ ਬਣਾਉਣ ਦੇ ਲਈ ਗਰੀਬ ਨਵਾਜ਼ ਸੱਚੇ ਪਾਤਸ਼ਾਹ ਇਉਂ ਹੀ ਇਸ ਇਲਾਕੇ ਵਿੱਚ ਵਿਚਰ ਰਹੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਲ ਭਾਈ ਡੱਲਾ ਜੀ ਹੋਰ ਸਿੰਘ ਸ਼ਿਕਾਰ ਦੇ ਉੱਤੇ ਚੜ੍ਹੇ। ਸਤਿਗੁਰੂ ਜੀ ਨੇ ਦਮਦਮਾ ਸਾਹਿਬ ਤੋਂ ਕਾਫੀ ਦੂਰ ਜਾ ਕੇ ਜੰਗਲ ਦੇ ਵਿੱਚ ਇੱਕ ਮਿਰਗ ਨੂੰ ਜਾਂਦਿਆਂ ਤੱਕਿਆ ਤਾਂ ਸਤਿਗੁਰੂ ਜੀ ਨੇ ਆਪਣਾ ਤੀਰ ਧਨੁੱਖ ਦੇ ਉੱਤੇ ਚਾੜਿਆ, ਜ਼ੋਰ ਦੀ ਖਿੱਚ ਕੇ ਤੀਰ ਛੱਡਿਆ, ਇਹ ਮਿਰਗ ਨੂੰ ਪਲਟਾ ਕੇ ਧਰਤੀ ਦੇ ਉੱਤੇ ਸਿੱਟ ਦਿੱਤਾ। ਜਦੋਂ ਉਲਟ ਕੇ ਇਹ ਪ੍ਰਾਣ ਤਿਆਗ ਗਿਆ, ਸਤਿਗੁਰੂ ਜੀ ਖਿੜਖੜਾ ਕੇ ਹੱਸੇ। ਭਾਈ ਡੱਲਾ ਪੁੱਛਦਾ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਆਪ ਜੀ ਹੱਸੇ ਕਿਉਂ? ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਵਾਰਤਾ ਸੰਗਤਾਂ ਦੇ ਸਾਹਮਣੇ ਪ੍ਰਗਟ ਕੀਤੀ। ਕਹਿੰਦੇ, ਭਾਈ ਇਹ ਸਾਡਾ ਪਿਛਲੇ ਜਨਮ ਦਾ ਸਿੱਖ ਸੀ, ਗੁਰੂ ਕਾ ਖਜ਼ਾਨਚੀ ਸੀ, ਗੁਰੂ ਘਰ ਦੇ ਵਿੱਚ ਖਜ਼ਾਨਚੀ ਦੀ ਡਿਊਟੀ ਕਰਦਾ ਸੀ, ਪਰ ਡਿਊਟੀ ਇਮਾਨਦਾਰੀ ਨਾਲ ਨਾ ਕੀਤੀ। ਬਹੁਤ ਸਾਰਾ ਗੁਰੂ ਘਰ ਦਾ ਧਨ ਇਹਨੇ ਖਾਧਾ ਅਤੇ ਬਹੁਤਾ ਖਰਾਬ ਵੀ ਕੀਤਾ, ਖੱਜਲ ਖੁਆਰ ਬਹੁਤਾ ਕੀਤਾ, ਬੇਮਤਲਬਾ ਬੇਫਜ਼ੂਲਾ ਇਹਨੇ ਧਨ ਬਹੁਤ ਖਰਚਿਆ। ਅਸੀਂ ਇਹਨੂੰ ਰੋਕਿਆ ਵੀ, ਪਰ ਇਹ ਰੁਕਿਆ ਨਾ, ਇਸ ਕਰਕੇ ਅਸੀਂ ਹੱਸੇ ਹਾਂ। ਇੱਕ ਤਾਂ ਇਹਦੀ ਕਲਿਆਣ ਕਰ ਦਿੱਤੀ ਅੱਜ, ਦੂਜਾ ਹੱਸੇ ਇਸ ਕਰਕੇ ਕਿ ਅਸੀਂ ਜਦੋਂ ਰੋਕਦੇ ਸੀ ਉਸ ਵੇਲੇ ਰੁਕਿਆ ਨਹੀਂ ਤੇ ਅੱਜ ਆਪਣੀ ਕੀਤੀ ਦਾ ਫਲ ਪਾ ਲਿਆ ਹੈ। ਪਰ ਫਿਰ ਵੀ ਗੁਰੂ ਦਾ ਸਿੱਖ ਸੀ, ਅਸੀਂ ਬਖਸ਼ ਦਿੱਤਾ ਹੈ। ਉਪਰੰਤ ਇਤਿਆਦਿਕ ਬਚਨ ਬਿਲਾਸ ਕਰਦਿਆਂ ਹੋਇਆਂ ਸ਼ਾਮ ਦਾ ਸਮਾਂ ਹਨੇਰਾ ਹੋ ਗਿਆ। ਸਤਿਗੁਰੂ ਜੀ ਨੇ ਜਾਤਾ ਕਿ ਹੁਣ ਦਮਦਮਾ ਸਾਹਿਬ ਵਿਖੇ ਵਾਪਸ ਮੁੜਨ ਦਾ ਸਮਾਂ ਨਹੀਂ ਰਿਹਾ, ਇੱਥੇ ਹੀ ਆਸਣ ਕੀਤਾ ਜਾਵੇ, ਰਾਤ ਦਾ ਟਿਕਾਣਾ ਇਸੇ ਜਗ੍ਹਾ ਉੱਤੇ ਕੀਤਾ ਜਾਵੇ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕਰ ਦਿੱਤਾ, ਖਾਲਸਾ ਜੀ ਇੱਥੇ ਹੀ ਉਤਾਰਾ ਕਰ ਲਵੋ। ਸਾਰੇ ਸਿੰਘਾਂ ਨੇ ਉਤਾਰਾ ਕਰ ਲਿਆ, ਪਰ ਕੁਝ ਸਿੰਘ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਆ ਕੇ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਸਵੇਰ ਦੇ ਭੁੱਖੇ ਹਾਂ, ਸਵੇਰ ਵੇਲੇ ਦਾ ਵੀ ਕੁਝ ਨਹੀਂ ਛਕਿਆ ਤੇ ਆ ਦੂਜਾ ਵੇਲਾ, ਦੋਵੇਂ ਵੇਲੇ ਖਾਲੀ ਰਹਿ ਗਏ ਆ। ਆਪ ਜੀ ਹੁਣ ਸਵੇਰ ਨੂੰ ਇੱਥੋਂ ਚਾਲਾ ਮਾਰੋਗੇ, ਫਿਰ ਕਿਤੇ ਜਾ ਕੇ ਟਿਕਾਣੇ ਤੇ ਆਪੜਾਂਗੇ ਤਾਂ ਕੁਝ ਖਾਣ ਨੂੰ ਮਿਲੇਗਾ। ਭੁੱਖ ਨੇ ਬੜਾ ਤੰਗ ਕੀਤਾ ਹੈ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਸਤਿਨਾਮ ਵਾਹਿਗੁਰੂ ਦਾ ਜਾਪ ਜਪ ਕੇ ਆ ਕਿੱਕਰ ਦੇ ਦਰਖਤ ਦੇ ਉੱਤੇ ਚੜ੍ਹ ਜਾਓ, ਟਾਹਣਿਆਂ ਨੂੰ ਹਿਲਾਉਣੋ। ਜਦੋਂ ਸਿੱਖਾਂ ਨੇ ਸਤ ਬਚਨ ਕਹਿ ਕੇ ਟਾਹਣਿਆਂ ਨੂੰ ਹਿਲਾਉਣਿਆ, ਕਿੱਕਰ ਦੇ ਦਰਖਤ ਦੇ ਉੱਤੇ ਚੜ੍ਹੇ ਤਾਂ ਉਸ ਦੇ ਉੱਤੋਂ ਬਹੁਤ ਸਾਰੀਆਂ ਮਿਠਾਈਆਂ, ਤਰ੍ਹਾਂ ਤਰ੍ਹਾਂ ਦੇ ਪਦਾਰਥ ਉਸ ਦਰਖਤ ਦੇ ਉੱਤੋਂ ਹੇਠਾਂ ਡਿੱਗੇ। ਖਾਲਸੇ ਨੇ ਰੱਜ ਰੱਜ ਕੇ ਛਕਿਆ। ਇਸ ਅਸਥਾਨ ਦਾ ਨਾਂ ਮਠਿਆਈ ਸਰ ਹੈ ਔਰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਮਾਨਸਾ ਵਾਲੀ ਸਾਈਡ, ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ। ਇਹ ਨਗਰ ਸ਼ਾਇਦ ਦਲੀਏਵਾਲਾ ਇਹ ਨਗਰ ਦਾ ਨਾਮ ਹੈ। ਸੋ ਇਸ ਮਠਿਆਈ ਸਰ ਅਸਥਾਨ ਦੇ ਉੱਤੇ ਕੁਝ ਸਿੰਘਾਂ ਨੇ ਨਾ ਛਕਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪੁੱਛਣ ਤੋਂ ਦੱਸਿਆ, ਮਹਾਰਾਜ ਆਪ ਜੀ ਨੇ ਨਹੀਂ ਛਕਿਆ, ਜਿੰਨੀ ਦੇਰ ਆਪ ਜੀ ਭੋਗ ਨਹੀਂ ਲਾਉਂਦੇ ਅਸੀਂ ਕਿਵੇਂ ਛਕ ਸਕਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਬੜੇ ਪ੍ਰਸੰਨ ਹੋਏ, ਆਖਿਆ, ਭਾਈ ਇਹ ਸਾਡੇ ਗੁਰਮੁਖ ਸਿੱਖ ਹਨ, ਭਾਵਨਾ ਵਾਲੇ ਸਿੱਖ ਹਨ। ਜਿਨ੍ਹਾਂ ਨੇ ਪਹਿਲਾਂ ਛਕ ਲਿਆ ਉਹ ਕਹਿੰਦੇ ਇਹ ਪੇਟ ਪਾਲੂ ਸਿੱਖ ਹਨ। ਹੈਗੇ ਤਾਂ ਸਿੱਖ ਹੈ, ਪਰ ਪੇਟ ਪਾਲਣ ਵੱਲ ਬਹੁਤਾ ਧਿਆਨ ਹੈ। ਇਉਂ ਸਤਿਗੁਰੂ ਜੀ ਬਖਸ਼ਿਸ਼ਾਂ ਕਰਦੇ ਹੋਏ ਇਸ ਮਠਿਆਈ ਸਰ ਦੀ ਧਰਤੀ ਨੂੰ ਭਾਗ ਲਾ ਕੇ ਇਹਨਾਂ ਇਤਿਹਾਸਕ ਬਚਨਾਂ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਾਪਸ ਪਰਤੇ ਹੈ। ਨਿੱਤਾ ਪ੍ਰਤੀ ਦੋਵੇਂ ਵੇਲੇ ਸਤਿਗੁਰੂ ਜੀ ਦਾ ਦੀਵਾਨ ਲੱਗਦਾ ਹੈ। ਗੁਰੂ ਕੀਆਂ ਸੰਗਤਾਂ ਭਾਵਨਾ ਦੇ ਨਾਲ ਜੁੜਦੀਆਂ ਹਨ। ਨਗਰ ਦੀਆਂ, ਇਲਾਕੇ ਦੀਆਂ, ਦੂਰ ਦੁਰਾਡਿਆਂ ਤੋਂ ਬੇਅੰਤ ਸੰਗਤਾਂ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਦੀਆਂ।
ਗੁਰੂ ਕੇ ਸਿੰਘ ਭੋਜਨ ਪ੍ਰਸ਼ਾਦਾ ਪਾਣੀ ਛਕ ਕੇ ਦਿਨ ਰਾਤ ਇੱਥੇ ਬਤੀਤ ਕਰ ਰਹੇ ਹੈ, ਨਾਮ ਜਪਦੇ ਹੈ। ਗੁਰੂ ਕੇ ਹਜੂਰ ਨਿੱਤਾ ਪ੍ਰਤੀ ਸਤਸੰਗ ਹੁੰਦਾ ਹੈ। ਇੱਕ ਦਿਨ ਕਿਆ ਕੌਤਕ ਵਰਤਿਆ, ਰਾਤ ਹੋਈ ਪਰ ਉਹ ਰਾਤ ਇੰਨੀ ਲੰਬੀ ਹੋ ਗਈ ਕਿ ਦਿਨ ਚੜ੍ਹਨ ਦਾ ਨਾਂ ਹੀ ਨਾ ਆਵੇ। ਰਾਤ ਲੰਬੀ ਤੋਂ ਲੰਬੀ, ਵੱਡੀ ਤੋਂ ਵੱਡੀ ਰਾਤ ਹੋ ਗਈ, ਭਾਵ ਸੂਰਜ ਹੀ ਨਾ ਚੜ੍ਹਿਆ। ਹੁਣ ਰਾਤ ਨੂੰ ਲੋਕ ਕਿੰਨੀ ਕੁ ਦੇਰ ਸੌਂ ਸਕਦੇ ਐ? ਸੌਂ ਕੇ ਵੀ ਥੱਕ ਗਏ, ਅੱਕ ਗਏ, ਉੱਠ ਕੇ ਬੈਠਣ ਲੱਗ ਪਏ। ਬੜੀ ਹੈਰਾਨੀ ਨਾਲ ਵੇਖਦੇ ਐ ਕਿ ਰਾਤ ਬਤੀਤ ਹੀ ਨਹੀਂ ਹੋ ਰਹੀ, ਸੂਰਜ ਚੜ੍ਹਨ ਦਾ ਨਾਂ ਨਹੀਂ ਲੈਂਦਾ। ਹਨੇਰੀ ਕਾਲੀ ਰਾਤ, ਘੁੱਪ ਹਨੇਰਾ, ਇਹ ਰਾਤ ਜਾਣ ਦਾ ਨਾਂ ਨਹੀਂ ਲੈਂਦੀ। ਐਸਾ ਕੌਤਕ ਜਿਸ ਵੇਲੇ ਵਰਤਿਆ। ਸੋ ਇੱਥੋਂ ਤੱਕ ਆਪਾਂ ਕੱਲ ਇਤਿਹਾਸ ਸਰਵਣ ਕਰ ਚੁੱਕੇ ਸੀ। ਅੱਗੇ ਜਿਵੇਂ ਸਤਿਗੁਰੂ ਜੀ ਦਾ ਸੋਹਣਾ ਸੁੰਦਰ ਇਤਿਹਾਸ ਗੁਰੂ ਕੇ ਅਨੰਨ ਸਿੱਖ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤਾ ਹੈ, ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਇੱਕ ਵਾਰੀ ਸਾਰੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਲੋਕ ਪਸ਼ੂ ਭਏ ਦੁਖਾਰੀ। ਜਦੋਂ ਰਾਤ ਬਹੁਤ ਲੰਮੀ ਹੋ ਗਈ, ਸੂਰਜ ਨਾ ਚੜ੍ਹਿਆ, ਸਾਰੇ ਲੋਕ ਅਤੇ ਲੋਕਾਂ ਦੇ ਰੱਖੇ ਹੋਏ ਪਸ਼ੂ ਪੰਛੀ ਇਤਿਆਦਿਕ ਸਾਰੇ ਜੀਵ ਜਿੰਨੇ ਉਸ ਇਲਾਕੇ ਵਿੱਚ ਸਨ, ਸਾਰੇ ਬਹੁਤ ਦੁਖੀ ਹੋ ਗਏ। ਸਾਰੇ ਪ੍ਰਤੀਕਸ਼ਾ ਕਰ ਰਹੇ ਆ, ਉਡੀਕ ਕਰ ਰਹੇ ਆ ਕਿ ਪੁਨਸਾਰ ਕਦੋਂ ਹੋਏਗੀ, ਅੰਮ੍ਰਿਤ ਵੇਲਾ, ਸਵੇਰ ਕਦੋਂ ਹੋਏਗੀ, ਸੂਰਜ ਕਦੋਂ ਚੜ੍ਹੇਗਾ। ਬੈਠੇ ਸਭਨ ਬਿਖੈ ਨਰ ਨਾਰੀ। ਸਾਰੇ ਆਪੋ ਆਪਣੇ ਘਰਾਂ ਦੇ ਵਿੱਚ ਨਰ ਨਾਰੀ ਮਰਦ ਔਰਤਾਂ ਘਰਾਂ ਵਿੱਚ ਬੈਠੇ ਉਡੀਕ ਰਹੇ ਹਨ। ਹੋਏ ਨਾ ਪ੍ਰਾਤ ਸਭਨ ਮਤ ਹਾਰੀ। ਸਾਰਿਆਂ ਦੀ ਬੁੱਧੀ ਹਾਰ ਗਈ, ਇਹ ਸੋਚ ਕੇ ਵੀ ਸਵੇਰ ਤਾਂ ਹੁੰਦੀ ਨਹੀਂ, ਰਾਤ ਤਾਂ ਬਤੀਤ ਨਹੀਂ ਹੋ ਰਹੀ। ਉਹ ਕਾਰਨ ਪਾ ਜਾਏ ਨਾ ਜਾਣਾ। ਇਹ ਕਾਰਨ ਕੀ ਵਰਤਿਆ, ਕਿਸੇ ਤੋਂ ਵੀ ਜਾਣਿਆ ਨਹੀਂ ਜਾਂਦਾ। ਮਾਰ ਕੰਡ ਛੜੀਏ ਨਾ ਸੁਮਾਨਾ। ਅਸਮਾਨ ਦੇ ਵਿੱਚ, ਅੰਬਰ ਦੇ ਵਿੱਚ, ਗਗਨ ਦੇ ਵਿੱਚ, ਆਕਾਸ਼ ਦੇ ਵਿੱਚ ਮਾਰ ਤੰਡ, ਸੂਰਜ ਨਹੀਂ ਚੜ੍ਹਿਆ। ਰੁਕੇ ਲੋਕ ਸਗਰੇ ਅਗਲਾਈ। ਸਾਰੇ ਲੋਕ ਆਪੋ ਆਪਣੇ ਘਰਾਂ ਵਿੱਚ ਹੀ ਰੁਕੇ ਹੋਏ ਆ। ਹੁਣ ਕੰਮਾਂ ਕਾਰਾਂ ਤੇ ਕਿਹਨੇ ਜਾਣਾ ਸੀ? ਦਿਨ ਚੜ੍ਹੇ ਤਾਂ ਕੰਮਾਂ ਕਾਰਾਂ ਤੇ ਜਾਣ, ਕਿਸੇ ਕੰਮ ਨੂੰ ਹੱਥ ਪਾਉਣ। ਸਾਰੇ ਲੋਕ ਅੱਕ ਥੱਕ ਕੇ ਆਪੋ ਆਪਣੇ ਘਰਾਂ ਵਿੱਚ ਬੈਠੇ ਹਨ। ਸ੍ਰੀ ਪਰਮੇਸ਼ਰ ਨਾਮ ਧਿਆਈ। ਵਾਹਿਗੁਰੂ ਵਾਹਿਗੁਰੂ ਦਾ ਨਾਮ ਧਿਆ ਰਹੇ ਆ ਆਪੋ ਆਪਣੇ ਮਤ ਦੇ ਅਨੁਸਾਰ। ਕੋਈ ਖੁਦਾ ਖੁਦਾ ਕਹਿ ਰਿਹਾ, ਕੋਈ ਰਾਮ ਰਾਮ ਜਪ ਰਿਹਾ, ਰੱਬ ਦਾ ਨਾਮ ਜਪ ਰਹੇ ਸਾਰੇ। ਅਦਕ ਰਾਤ ਜਬ ਬੀਤਨ ਕਰੀ। ਜਦੋਂ ਇਹ ਸਾਰੀ ਬਹੁਤ ਵੱਡੀ ਰਾਤ ਜਿਸ ਵੇਲੇ ਬਤੀਤ ਹੋ ਗਈ, ਰਾਤ ਸਗਨ ਕੋ ਚਿੰਤਾ ਭਰੀ। ਸਵੇਰ ਹੋ ਗਈ, ਲੰਮੀ ਰਾਤ ਲੰਘ ਕੇ ਸਵੇਰ ਹੋ ਗਈ, ਪਰ ਸਾਰਿਆਂ ਦੇ ਮਨ ਵਿੱਚ ਇਹ ਚਿੰਤਾ ਹੋ ਗਈ ਵੀ ਜੇ ਇਸ ਤਰ੍ਹਾਂ ਇੰਨੀਆਂ ਲੰਮੀਆਂ ਲੰਮੀਆਂ ਵੱਡੀਆਂ ਵੱਡੀਆਂ ਰਾਤਾਂ ਪੈਣ ਲੱਗ ਪਈਆਂ ਤਾਂ ਕੀ ਬਣੇਗਾ। ਸਾਰਿਆਂ ਦੇ ਮਨ ਵਿੱਚ ਚਿੰਤਾ ਹੋਈ। ਡੱਲੇ ਸੰਗ ਮਿਲੇ ਸਭ ਜਾਏ। ਇਹ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਇਲਾਕੇ ਦੇ ਚੌਧਰੀ ਭਾਈ ਰਾਏ ਡੱਲੇ ਨੂੰ ਜਾ ਕੇ ਡੱਲੇ ਬਰਾੜ ਨੂੰ ਮਿਲੇ। ਅਦਕ ਨਿਸ਼ਾ ਕੁਛ ਲਖਿਓ ਨਾ ਜਾਏ। ਕਹਿਣ ਲੱਗੇ, ਭਾਈ ਡੱਲਾ ਸਿੰਘ ਕਹਿੰਦੇ ਤੂੰ ਵੀ ਦੇਖਿਆ, ਅਸੀਂ ਵੀ ਦੇਖਿਆ ਵੀ ਕਿੰਨੀ ਵੱਡੀ ਰਾਤ ਸੀ, ਕੁਝ ਵੀ ਦਿਖਾਈ ਨਹੀਂ ਸੀ ਦਿੰਦਾ। ਚਲੋ ਪ੍ਰਲੋਕ ਬੂਝੈ ਇਹ ਇਸ ਤਰ੍ਹਾਂ ਦਾ ਵਰਤਾਰਾ ਕਿਉਂ ਵਰਤਿਆ? ਚਲੋ ਚੱਲੀਏ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜੇ ਸਰਬ ਕਲਾ ਦੇ ਗਿਆਤਾ ਹਨ, ਤਿੰਨਾਂ ਲੋਕਾਂ ਦੀ ਸੋਝੀ ਰੱਖਦੇ ਐ, ਉਹਨਾਂ ਨੂੰ ਜਾ ਕੇ ਪੁੱਛੀਏ, ਉਹਨਾਂ ਤੋਂ ਪਤਾ ਕਰੀਏ ਵੀ ਇਹ ਕਿਉਂ ਵਰਤਾਰਾ ਵਰਤਿਆ। ਐ ਸਰਬੱਗ ਬਤਾਏ ਸੋ ਦੇਹ। ਕਿਉਂਕਿ ਸਤਿਗੁਰੂ ਜੀ ਸਰਬੱਗ ਹਨ, ਸਰਬ ਦਾ ਗਿਆਨ ਰੱਖਣ ਵਾਲੇ। ਸਤਿਗੁਰ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣੀ ਜਾਣ ਹਨ, ਇਸ ਕਰਕੇ ਉਹ ਸਾਨੂੰ ਜ਼ਰੂਰ ਦੱਸਣਗੇ। ਡੱਲੇ ਜੋਤ ਮਾਨਵ ਸਮੁਦਾਏ। ਭਾਈ ਡੱਲੇ ਦੇ ਸਹਿਤ ਇਹ ਸਾਰੇ ਲੋਕ ਇਕੱਠੇ ਹੋ ਕੇ ਪਦ ਅਰਵਿੰਦ ਨਿਵੇ ਸਭ ਆਏ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਹੁੰਚ ਗਏ। ਜਾ ਕੇ ਸਾਰਿਆਂ ਨੇ ਨਮਸਕਾਰ ਕੀਤੀ। ਬੈਠੇ ਮਿਸਮਤ ਬਾਤ ਬਖਾਨੀ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ
ਇਹਨਾਂ ਨੇ ਬੜੀ ਅਚਰਜਤਾ ਵਾਲੀ ਜਿਹੜੀ ਇਹ ਗੱਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਦੱਸੀ। ਨਿਸ ਕੀ ਗਤ ਕੁਛ ਜਾਏ ਨਾ ਜਾਣੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨਿਸ ਜਿਹੜੀ ਰਾਤ ਹੈ ਇਹਦੀ ਗਤੀ ਕੁਝ ਜਾਣੀ ਨਹੀਂ ਗਈ, ਇਹਦੇ ਬਾਰੇ ਪਤਾ ਨਹੀਂ ਲੱਗਿਆ ਵੀ ਇੰਨੀ ਲੰਮੀ ਰਾਤ ਕਿਉਂ ਹੋਈ। ਗੁਰੂ ਕਹਿਓ ਭਾਣਾ ਹਰ ਜੋਈ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਗੁਰੂ ਕੀ ਸੰਗ ਤੇ ਇਹ ਪਰਮੇਸ਼ਰ ਦਾ ਭਾਣਾ ਹੀ ਇਸ ਤਰ੍ਹਾਂ ਵਰਤਿਆ। ਦੇਵਨ ਵਿਗੈ ਸਪਰਦਾ ਹੋਈ। ਸਤਿਗੁਰੂ ਜੀ ਕਹਿੰਦੇ ਇਹਦਾ ਕਾਰਨ ਅਸੀਂ ਦੱਸਦੇ ਹਾਂ ਵੀ ਰਾਤ ਲੰਮੀ ਕਿਉਂ ਹੋਈ, ਦਿਨ ਕਿਉਂ ਨਹੀਂ ਚੜ੍ਹਿਆ, ਸੂਰਜ ਕਿਉਂ ਨਹੀਂ ਚੜ੍ਹਿਆ। ਸਤਿਗੁਰੂ ਜੀ ਕਹਿੰਦੇ ਭਾਈ ਦੇਵਤਿਆਂ ਦੇ ਵਿੱਚ ਨਾ ਈਰਖਾ ਵਸ ਹੋ ਕੇ ਉਹਨਾਂ ਵਿੱਚ ਲੜਾਈ ਹੋ ਗਈ ਆਪਸ ਵਿੱਚ। ਸੂਰਜ ਸੁਰਪਤ ਹਟ ਹਟ ਬੈਠੀ। ਸੂਰਜ ਜਿਹੜਾ ਚਾਨਣਾ ਕਰਦਾ ਹੈ ਤੇ ਸੁਰਪਤ ਸੁਰਾਂ ਦਾ ਪਤੀ ਦੇਵਤਿਆਂ ਦਾ ਮਾਲਕ ਭਾਵ ਇੰਦਰ ਕਹਿੰਦੇ ਉਹ ਲੜ ਪਏ ਆਪਸ ਦੇ ਵਿੱਚ, ਲੜ ਲੜ ਕੇ ਆਪੋ ਆਪਣੀ ਡਿਊਟੀ ਤੋਂ ਹਟ ਕੇ ਬਹਿ ਗਏ। ਅਪਰ ਬ੍ਰਿੰਦ ਸੁਰ ਹੋਏ ਇਕੱਠੇ। ਹੋਰ ਵੀ ਜਿੰਨੇ ਦੇਵਤੇ ਸਨ ਸਾਰੇ ਉਹ ਇਕੱਠੇ ਹੋ ਗਏ। ਬਰਜੀ ਵਰਖਾ ਹੋਏ ਜਗ ਨਾਹੀ। ਉਹਨਾਂ ਨੇ ਵਰਖਾ ਨੂੰ ਵੀ ਵਰਜ ਦਿੱਤਾ। ਇੱਕ ਤਾਂ ਰਾਤ ਲੰਮੀ ਹੋ ਗਈ, ਸੂਰਜ ਆਪਣੀ ਡਿਊਟੀ ਤੋਂ ਪਾਸਾ ਵੱਟ ਕੇ ਬਹਿ ਗਿਆ, ਦੂਜਾ ਇੰਦਰ ਨੇ ਉਹਨੇ ਆਪਣਾ ਜ਼ੋਰ ਦਿਖਾ ਦਿੱਤਾ ਵੀ ਜਿਹੜੀ ਡਿਊਟੀ ਹੈ ਮੈਂ ਵੀ ਨਹੀਂ ਕਰਨੀ। ਕਹਿੰਦੇ ਸਾਰਿਆਂ ਨੇ ਵਰਖਾ ਨੂੰ ਵਰਜ ਦਿੱਤਾ, ਮੀਂਹ ਨੂੰ ਹਟਾ ਦਿੱਤਾ, ਇਸ ਕਰਕੇ ਹੁਣ ਮੀਂਹ ਵੀ ਨਹੀਂ ਪਵੇਗਾ। ਦਿਨ ਕਰ ਜਰਿਓ ਸਰਬ ਕੇ ਮਾਹੀ। ਦਿਨ ਕਰ ਜਿਹੜਾ ਦਿਨ ਨੂੰ ਚੜਾਉਣ ਵਾਲਾ ਸੂਰਜ ਹੈ ਉਹ ਵੀ ਕਹਿੰਦੇ ਆਪਣੀ ਡਿਊਟੀ ਤੋਂ ਪਾਸਾ ਵੱਟ ਕੇ ਸਵਰਗਾਂ ਵਿੱਚ ਜਾ ਬੈਠਾ। ਰਾਤ ਵਧਣ ਕੋ ਏਕਕ ਕਾਰਨ। ਸਤਿਗੁਰੂ ਜੀ ਕਹਿੰਦੇ ਰਾਤ ਵਧਣ ਦਾ ਇਹ ਕਾਰਨ ਜਾਣ ਲਓ। ਇਹ ਕਾਰਨ ਹੈ ਵੀ ਰਾਤ ਤਾਂ ਵਧ ਗਈ, ਸੂਰਜ ਆਪਣੀ ਡਿਊਟੀ ਤੇ ਨਹੀਂ ਅਪੜਿਆ। ਸੁਨ ਡੱਲੇ ਕੀਏ ਬਾਗ ਚਾਰਨ। ਉਸ ਵੇਲੇ ਭਾਈ ਡੱਲੇ ਨੇ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਡੱਲਾ ਕਹਿਣ ਲੱਗਾ, ਪ੍ਰਭ ਜੀ ਕਿਮ ਜੀਵੈ ਬਿਨ ਬਾਰੀ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬਚਨ ਕੀਤਾ ਹੈ ਵੀ ਵਰਖਾ ਵੀ ਨਹੀਂ ਪੈਣੀ ਤੇ ਮੀਂਹ ਤੋਂ ਬਿਨਾ ਮਹਾਰਾਜ ਸੱਚੇ ਪਾਤਸ਼ਾਹ ਪਾਣੀ ਨਹੀਂ ਹੋਏਗਾ ਆ ਜੰਗਲ ਦੇ ਇਲਾਕੇ ਵਿੱਚ। ਤੇ ਮਹਾਰਾਜ ਸੱਚੇ ਪਾਤਸ਼ਾਹ ਜੇ ਪਾਣੀ ਨਾ ਹੋਇਆ ਤੇ ਪਾਣੀ ਤੋਂ ਬਿਨਾ ਜਾਨਾਂ ਕਿਵੇਂ ਬਚਣਗੀਆਂ। ਸੁਨ ਸਰਗੁਰ ਤਲ ਤੂਸ਼ਣ ਧਾਰੀ। ਉਸ ਵੇਲੇ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਚੁੱਪ ਵੱਟ ਰਹੇ। ਦੋਹਰਾ ਆਵੜ ਲਗੀ ਵਰਖਾ ਹਟੀ। ਉਸ ਇਲਾਕੇ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਬਹੁਤ ਔੜ ਲੱਗ ਗਈ। ਆਮ ਆਪਾਂ ਨੂੰ ਇਹ ਔੜ ਸ਼ਬਦ ਦਾ ਪਤਾ ਹੀ ਹੈ ਪੰਜਾਬੀ ਦਾ ਸਾਰਿਆਂ ਨੂੰ, ਵੀ ਜਦੋਂ ਮੀਂਹ ਨਾ ਪਵੇ ਪਾਣੀ ਦੇ ਬਾਝੋਂ ਸਭ ਕੁਝ ਸੁੱਕਣ ਲੱਗ ਪਵੇ, ਫਸਲਾਂ, ਖੇਤੀ, ਵੇਲ ਬੂਟੇ, ਜਾਨਵਰ, ਪੰਛੀ, ਮਨੁੱਖ ਪਾਣੀ ਦੇ ਦੁੱਖੋਂ ਆਤੁਰ ਹੋ ਜਾਣ, ਉਸ ਵੇਲੇ ਕਹਿੰਦੇ ਵੀ ਔੜ ਲੱਗ ਗਈ ਹੈ। ਪਾਣੀ ਦਾ ਕੋਈ ਪ੍ਰਬੰਧ ਨਹੀਂ ਹੋਇਆ, ਮੀਂਹ ਨਹੀਂ ਪਿਆ, ਇਸ ਕਰਕੇ ਔੜ ਲੱਗ ਗਈ। ਬੀਤੇ ਦਿਵਸ ਕਤੇਕ। ਇਸ ਤਰ੍ਹਾਂ ਹੀ ਔੜ ਲੱਗੀ ਨੂੰ ਬਹੁਤ ਸਾਰੇ ਦਿਨ ਬਤੀਤ ਹੋ ਗਏ। ਖੇਤੀ ਲਾਗੀ ਸੂਪ ਵੇ। ਖੇਤੀ ਜਿਹੜੀ ਸੀ ਫਸਲਾਂ ਬੀਜੀਆਂ ਹੋਈਆਂ, ਕਿਉਂਕਿ ਪੁਰਾਤਨ ਸਮਿਆਂ ਵਿੱਚ ਮੀਂਹਾਂ ਦੇ ਉੱਤੇ ਹੀ ਜ਼ਿਆਦਾ ਖੇਤੀ ਨਿਰਭਰ ਹੁੰਦੀ ਸੀ, ਇਸ ਕਰਕੇ ਖੇਤੀ ਵੀ ਸੁੱਕਣ ਲੱਗ ਪਈ। ਉਬਰਿਓ ਖੇਤ ਨਾ ਏਕ। ਇੱਕ ਵੀ ਖੇਤ ਹਰਿਆ ਭਰਿਆ ਨਾ ਰਿਹਾ, ਖੇਤੀ ਨਾ ਉੱਗੀ ਕਿਸੇ ਖੇਤ ਦੇ ਵਿੱਚ। ਤੇ ਖਾਲਸਾ ਜੀ ਆਪਾਂ ਨੂੰ ਪਤਾ ਹੀ ਹੈ ਵੀ ਜਦੋਂ ਖੇਤੀ ਨਾ ਹੋਵੇ ਉਦੋਂ ਕਿਸਾਨ ਦੇ ਸਾਹ ਸੁੱਕ ਜਾਂਦੇ ਹੈ। ਖੇਤੀ ਦੇ ਉੱਤੇ ਹੀ ਦਾਰੋ-ਮਦਾਰ ਸਾਰਾ ਜ਼ਿੰਦਗੀ ਦਾ ਚੱਲਦਾ ਹੈ, ਚਾਹੇ ਕੋਈ ਖੇਤੀ ਕਰਦਾ ਹੈ ਚਾਹੇ ਖੇਤੀ ਨਹੀਂ ਵੀ ਕਰਦਾ, ਪਰ ਸਾਰੇ ਨਿਰਭਰਤਾ ਆਪਾਂ ਖੇਤੀ ਤੇ ਹੀ ਹੈ। ਖੇਤੀ ਹੋਏਗੀ, ਅੰਨ ਪੈਦਾ ਹੋਏਗਾ ਤੇ ਆਪਾਂ ਖਾਵਾਂਗੇ, ਛਕਾਂਗੇ, ਫਿਰ ਜੀਵਨ ਦਾ ਨਿਰਵਾਹ ਹੋਵੇਗਾ। ਜਦੋਂ ਖੇਤੀ ਦੇ ਉੱਤੇ ਆਂਚ ਆਉਂਦੀ ਹੈ, ਖੇਤੀ ਦੇ ਉੱਤੇ ਕੋਈ ਗੱਲ ਆਉਂਦੀ ਹੈ ਤੇ ਉਸ ਵੇਲੇ ਕਿਸਾਨ ਦੇ ਸਾਹ ਸੁੱਤੇ ਜਾਂਦੇ ਹੈ। ਅਜੋਕੇ ਸਮੇਂ ਵਿੱਚ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਉਹ ਸਾਲ ਭਰ ਹੋ ਗਿਆ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਵੀਰ ਬੈਠੇ ਆ ਜਾ ਕੇ। ਉਹਦਾ ਕਾਰਨ ਇਹੀ ਹੈ ਵੀ ਖੇਤੀ ਨੂੰ ਖਤਰਾ ਹੈ। ਜਿਹੜੇ 3 ਕਾਲੇ ਕਾਨੂੰਨ ਹਿੰਦੁਸਤਾਨ ਦੀ ਗੌਰਮੈਂਟ ਨੇ ਪਾਸ ਕੀਤੇ, ਕਿਸਾਨਾਂ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ। ਸੋ ਕਿਸਾਨਾਂ ਦੇ ਵਿਰੋਧੀ, ਕਿਸਾਨੀ ਦੇ ਵਿਰੋਧੀ ਇਹਨਾਂ ਬਿੱਲਾਂ ਦੇ ਖਾਤਮੇ ਦੇ ਵਾਸਤੇ, ਇਹਨਾਂ ਨੂੰ ਵਾਪਸ ਕਰਵਾਉਣ ਦੇ ਵਾਸਤੇ ਪਿਛਲੇ 1 ਸਾਲ ਤੋਂ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਖੇਤੀ ਦੇ ਉੱਤੇ ਗੱਲ ਆਈ ਹੈ ਤੇ ਸਿਰਫ ਖੇਤੀ ਕਰਨ ਵਾਲੇ ਨਹੀਂ, ਜਿਹੜੇ ਖੇਤੀ ਨਹੀਂ ਵੀ ਕਰਦੇ ਪਰ ਹਾਂ ਤਾਂ ਸਾਰੇ ਖੇਤੀ ਤੇ ਨਿਰਭਰ ਆਪਾਂ। ਸੋ ਉਹ ਚਾਹੇ ਵਪਾਰੀ ਵਰਗ ਹੈ, ਮਜ਼ਦੂਰ ਵਰਗ ਹੈ,
ਨਿਆਂ ਪਸੰਦ ਹਰ ਇੱਕ ਵਿਅਕਤੀ ਨੇ ਉੱਥੇ ਜਾ ਕੇ ਸਾਥ ਦਿੱਤਾ ਹੈ ਔਰ ਸਾਥ ਦੇ ਰਹੇ ਆ ਮੋਢੇ ਨਾਲ ਮੋਢਾ ਜੋੜ ਕੇ। ਇਹ ਹੁਣ ਭਾਈ ਅੱਗੇ ਉੱਥੇ ਅਗਵਾਈ ਕਰਨ ਵਾਲਿਆਂ ਤੇ ਹੈ ਵੀ ਉਹ ਸੰਗਤਾਂ ਦੀ ਭਾਵਨਾ ਦੇ ਉੱਤੇ ਪੂਰੇ ਉਤਰਨ, ਇਹ ਉਹਨਾਂ ਦਾ ਫਰਜ਼ ਬਣਦਾ ਹੈ। ਤੇ ਅਗਾਂਹ ਹਾਲੇ ਕੀ ਬਣਦਾ ਹੈ ਇਹ ਤਾਂ ਸਮੇਂ ਦੇ ਗਰਭ ਦੇ ਵਿੱਚ ਆ ਸਾਰੀਆਂ ਗੱਲਾਂ। ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਆਪਾਂ ਜ਼ਰੂਰ ਕਰੀਏ ਨਿੱਤਾ ਪ੍ਰਤੀ ਕਿ ਸਤਿਗੁਰੂ ਜੀ ਦੇਸ਼ ਦੇ ਕਿਸਾਨ ਦੇ ਹਿੱਤ ਦੇ ਵਿੱਚ ਵਰਤਣ, ਕਿਸਾਨਾਂ ਨੂੰ ਫਤਿਹ ਯਾਫਤਾ ਇਸ ਮੋਰਚੇ ਦੇ ਵਿੱਚੋਂ, ਇਸ ਮਸਲੇ ਦੇ ਵਿੱਚੋਂ ਨਸੀਬ ਹੋਵੇ। ਰਹੋ ਵਿਚਾਰ, ਜਦੋਂ ਖੇਤੀ ਦੇ ਉੱਤੇ ਗੱਲ ਆਉਂਦੀ ਹੈ, ਖੇਤੀ ਸੁੱਕਣ ਲੱਗ ਪਈ ਤੇ ਸਾਰੇ ਕਿਸਾਨ ਬੜੇ ਚਿੰਤਾਤੁਰ ਹੋ ਗਏ, ਬੜੇ ਦੁਖੀ ਹੋਏ। ਪਰਜਾ ਭਈ ਦੀਰਘ ਦੁਖਿਆਰੀ, ਸਾਰੀ ਪਰਜਾ ਸੀ ਜਿਹੜੀ ਬੜੀ ਦੁਖੀ ਹੋ ਗਈ। ਪਰਜਾ ਦੇ ਲੋਕ ਬਹੁਤ ਦੁਖੀ ਹੋ ਗਏ ਵੀ ਹੁਣ ਤਾਂ ਅਕਾਲ ਪੈ ਜਾਵੇਗਾ, ਮੀਂਹ ਨਹੀਂ ਪੈ ਰਿਹਾ, ਔੜ ਲੱਗੀ ਹੋਈ ਹੈ, ਖੇਤੀ ਨਹੀਂ ਹੋਵੇਗੀ ਤੇ ਖਾਵਾਂਗੇ ਕੀ। ਬੜੇ ਦੁਖੀ ਹੋ ਗਏ ਸਾਰੇ ਲੋਕ। ਹੋਏ ਦੁਰਭਿਛ ਪਰਿਓ ਨੇ ਬਾਰੀ, ਕਹਿੰਦੇ ਹੁਣ ਤਾਂ ਅਕਾਲ ਪਵੇਗਾ ਕਿਉਂਕਿ ਬਾਰਿਸ਼ ਨਹੀਂ ਪੈ ਰਹੀ, ਮੀਂਹ ਨਹੀਂ ਪੈ ਰਿਹਾ, ਪਾਣੀ ਨਹੀਂ ਹੈ, ਇਸ ਕਰਕੇ ਅਕਾਲ ਪੈ ਜਾਣਾ ਹੈ। ਜੇ ਇਹੋ ਜੀ ਸਥਿਤੀ ਪੈਦਾ ਹੋ ਗਈ ਤੇ ਸਾਰੇ ਸੋਚਦੇ ਆ ਵੀ ਸਾਡਾ ਹਾਲ ਕੀ ਹੋਵੇਗਾ। ਬਿਨਾ ਅੰਨ ਕਿਉਂ ਜੀਵਨ ਵਿਚਾਰ, ਬਿਨਾ ਅੰਨ ਤੋਂ ਜੀਵਨ ਕਿਵੇਂ ਹੋਵੇਗਾ, ਕਿਉਂਕਿ ਅੰਨ ਤੋਂ ਬਿਨਾ ਤਾਂ ਜੀਵਨ ਨਹੀਂ ਹੈ ਨਾ। ਇਹ ਦੇਹੀ ਤਾਂ ਅੰਨ ਨਾਲ ਹੀ ਚੱਲਣੀ ਹੈ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾਏ ਕੇ ਸੁਬਾ ਫੇਰ ਖੜੀ। ਮੌਤ ਤਾਂ ਇੱਕ ਵਾਰੀ ਆਉਂਦੀ ਹੈ, ਭੁੱਖ ਨੂੰ ਮੌਤੋਂ ਬੁਰੀ ਕਿਉਂ ਕਿਹਾ? ਰਾਤ ਨੂੰ ਖਾ ਕੇ ਸੌਂਦੇ ਆ, ਸਵੇਰ ਨੂੰ ਫੇਰ ਭੁੱਖ ਲੱਗੀ ਹੁੰਦੀ ਹੈ। ਇਸ ਕਰਕੇ ਸਾਰੇ ਸੋਚਦੇ ਐ ਵੀ ਸਾਡਾ ਜੀਵਨ ਨਿਰਵਾਹ ਕਿਵੇਂ ਹੋਵੇਗਾ, ਬੜਾ ਔਖਾ ਹੋ ਜਾਏਗਾ। ਜਿਹੜੇ ਰਾਹਕ ਸਨ ਕਿਸਾਨ, ਸੋ ਬੜੇ ਦੁਖੀ ਹੋਏ ਸਾਰੇ। ਆਪਸ ਵਿੱਚ ਮਿਲ ਮਿਲ ਬਹਿੰਦੇ ਐ, ਢਾਣੀਆਂ ਦੀਆਂ ਢਾਣੀਆਂ, ਟੋਲਿਆਂ ਦੇ ਟੋਲੇ ਬਣਾ ਕੇ ਬਹਿ ਕੇ ਗੱਲਾਂ ਕਰਦੇ ਆ। ਗੱਲਾਂ ਕਰਕੇ ਕਰ ਵੀ ਕੀ ਸਕਦੇ ਆ, ਬਸ ਪਛਤਾ ਹੀ ਰਹੇ ਹਨ। ਫਿਰ ਕੀ ਹੋਇਆ ਵੀ ਕਈਆਂ ਪਿੰਡਾਂ ਦੇ ਲੋਕ ਇੱਕ ਜਗ੍ਹਾ ਤੇ ਉੱਤੇ ਇਕੱਤਰ ਹੋਏ। ਸਾਰਿਆਂ ਨੇ ਆਪੋ ਆਪਣੇ ਚਿੱਤ ਦੀ ਜਿਹੜੀ ਚਿੰਤਾ ਸੀ ਇੱਕ ਦੂਜੇ ਨੂੰ ਦੱਸੀ, ਸਾਂਝਾ ਕੀਤਾ ਦੁੱਖ। ਸਾਰਿਆਂ ਨੇ ਆਪੋ ਆਪਣੀ ਚਿੰਤਾ ਨੂੰ ਸਾਰਿਆਂ ਨੇ ਸਾਂਝਾ ਕੀਤਾ। ਕਹਿਣ ਲੱਗੇ ਵੀ ਸਾਡੀ ਚਿੰਤਾ ਨੂੰ ਦੂਰ ਕਰਨ ਦਾ ਜਿਹੜਾ ਇੱਕੋ ਇੱਕ ਸਾਧਨ ਹੈ ਵੀ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਕੋਲ ਜਾਣਾ ਚਾਹੀਦਾ ਹੈ। ਕਿਉਂਕਿ ਮਨੁੱਖ ਜਿਸ ਵੇਲੇ ਸਾਰੇ ਦੁਆਰਿਆਂ ਦੇ ਉੱਤੋਂ ਸਾਰੇ ਪਾਸਿਓਂ ਉਹਦੀ ਆਸਾ ਨਿਰਾਸ਼ਾ ਦੇ ਵਿੱਚ ਬਦਲ ਜਾਵੇ, ਕਿਸੇ ਪਾਸਿਓਂ ਲੱਗੇ ਨਾ ਵੀ ਕੋਈ ਹੱਥ ਪੱਲਾ ਫੜਨ ਵਾਲਾ ਨਹੀਂ, ਉਸ ਵੇਲੇ ਫਿਰ ਗੁਰੂ ਕੋਲ ਆ ਜੇ ਨਾ, ਤੇ ਗੁਰੂ ਕੋਲ ਫਿਰ ਉਸ ਸਮੱਸਿਆ ਦਾ ਹੱਲ ਜ਼ਰੂਰ ਹੁੰਦਾ ਹੈ। ਜਾ ਕੋ ਮੁਸ਼ਕਲ ਅਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਪੇ ਭੱਜ ਖਲੇ, ਸਭੋ ਭਜੈ ਆਸਰਾ ਚੁੱਕੈ ਸਭ ਅਸਰਾਵ, ਚਿਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਵ। ਫਿਰ ਗੁਰੂ ਤੱਤੀ ਵਾਵ ਵੀ ਨਹੀਂ ਲੱਗਣ ਦਿੰਦਾ। ਇਹ ਸਾਰੇ ਸੋਚਦੇ ਆ ਕਿ ਹੁਣ ਸਾਨੂੰ ਆਪਣੀ ਇਹ ਚਿੰਤਾ, ਆਪਣਾ ਇਹ ਝੋਰਾ, ਇਹ ਦੁੱਖ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਜਾਣਾ ਚਾਹੀਦਾ ਹੈ। ਉਹੀ ਸਹਾਈ ਹੋਣਗੇ। ਜਿਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਸਾਰੇ ਲੋਕ ਜਾ ਕੇ ਮਨ ਦੀਆਂ ਕਾਮਨਾਵਾਂ, ਇਛਾਵਾਂ ਪੂਰੀਆਂ ਕਰਦੇ ਹਨ, ਔਰ ਉਸ ਗੁਰੂ ਦੇ ਦਰ ਤੋਂ ਕੋਈ ਨਿਰਾਸ਼ਾ ਨਹੀਂ ਮੁੜਦਾ। ਇਕੱਲੇ ਇਕੱਲੇ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਛਾ ਪੂਰੀ ਕਰਦੇ ਹਨ। ਆਪਾਂ ਸਾਰਾ ਦੇਸ਼, ਸਾਰਾ ਇਲਾਕਾ ਮਿਲ ਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾਈਏ। ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰੀਏ, ਜਾਚਨਾ ਕਰੀਏ, ਆਪਣੀ ਇੱਛਾ ਦੱਸੀਏ ਤੇ ਸਤਿਗੁਰੂ ਜੀ ਤਰੁੱਠ ਕੇ ਜ਼ਰੂਰ ਸਾਡੀ ਬੇਨਤੀ ਨੂੰ ਮੰਨ ਕੇ ਵਰਖਾ ਕਰਵਾਉਣਗੇ। ਜੀਵ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਜੀਵਨ ਦਾਨ ਬਖਸ਼ਣ ਵਾਲੇ ਆ ਜੀਵਾਂ ਨੂੰ, ਉਹ ਸਾਨੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜ਼ਿੰਦਗੀ ਦਾ ਦਾਨ ਬਖਸ਼ਿਸ਼ ਕਰਨਗੇ। ਇਸ ਤਰ੍ਹਾਂ ਵਿਚਾਰ ਕੀਤੀ ਸਾਰੀ ਸੰਗਤ ਨੇ ਰਲ ਕੇ। ਸਿਆਣੇ ਸਿਆਣੇ ਸਿੱਖਾਂ ਨੂੰ ਇਹਨਾਂ ਨੇ ਆਗੂ ਕਰ ਲਿਆ, ਅੱਗੇ ਲਾ ਕੇ
ਸਤਿਗੁਰ ਸਾਹਿਬ ਜੀ ਵੱਲ ਚੱਲ ਪਏ। ਆਨ ਦਮਨ ਮੈਂ ਕੀਨ ਸਡੇਰੇ ਆ ਕੇ ਇਹਨਾਂ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਡੇਰਾ ਕੀਤਾ, ਟਿਕਾਣਾ ਕੀਤਾ। ਤਾਂ ਦਿਸ ਕੇ ਨਰ ਮਿਲੇ ਘਨੇਰੇ ਚਾਰੇ ਦਿਸ਼ਾਵਾਂ ਦੇ ਬਹੁਤ ਸਾਰੇ ਮਨੁੱਖ ਇਕੱਠੇ ਹੋ ਕੇ ਮਿਲੇ ਹਨ ਸੰਗਤ ਵਿੱਚ। ਹਰੇ ਤਰਾਜ ਤੁਰ ਪਿਛ ਕੋ ਭਾਰੀ ਸਾਰਿਆਂ ਦੇ ਮਨ ਵਿੱਚ ਤਰਾਹ ਹੈ, ਤਰਾਸ ਹੈ, ਇਹ ਡਰ ਹੈ ਕਿ ਹੁਣ ਅਕਾਲ ਪੈਣ ਵਾਲਾ ਹੈ। ਸੋ ਕਾਲ ਦਾ ਭੈ ਸਾਰਿਆਂ ਦੇ ਮਨ ਦੇ ਵਿੱਚ ਹੈ। ਆਏ ਗੁਰੂ ਸਭੇ ਨੰਬਰ ਵਾਲੇ ਸਾਰੇ ਆਪੋ ਆਪਣੇ ਪਰਿਵਾਰਾਂ ਦੇ ਸਹਿਤ ਸਤਿਗੁਰ ਸੱਚੇ ਪਾਤਸ਼ਾਹ ਜੀ ਕੋਲ ਆ ਗਏ। ਕਰ ਕਰ ਨਮੋ ਚਉ ਦਿਸ ਫਿਰੇ ਜਿਸ ਵੇਲੇ ਸਤਿਗੁਰੂ ਜੀ ਦੇ ਦੀਵਾਨ ਵਿੱਚ ਜਾ ਕੇ ਬੈਠੇ, ਸਾਰੇ ਨਮਸਕਾਰ ਕਰਕੇ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਚਾਰੇ ਪਾਸੇ ਸਤਿਗੁਰੂ ਜੀ ਦੇ ਆਲੇ ਦੁਆਲੇ ਬੈਠ ਗਏ। ਕੇਤਤ ਬੈਠੀ ਕੇਤਤ ਕਰੇ ਕੁਝ ਬੈਠੇ ਰਹੇ, ਭੀੜ ਬਹੁਤੀ ਸੀ, ਕੁਝ ਪਿਛਾਂ ਖੜੇ ਵੀ ਰਹੇ। ਕਰੋ ਮੇਵਰੋ ਆਜ ਗੁਜਾਰੀ ਮੇਵੜੇ ਨੇ, ਅਰਦਾਸੀਏ ਸਿੱਖ ਨੇ ਖੜੇ ਹੋ ਕੇ ਇਹ ਸਾਰੀ ਸੰਗਤ ਦੀ ਅਰਜ, ਸਾਰੀ ਸੰਗਤ ਦੀ ਜਿਹੜੀ ਅਰਦਾਸ ਸੀ ਸਤਿਗੁਰੂ ਜੀ ਨੂੰ ਕਹਿ ਸੁਣਾਈ। ਕਰੋ ਪ੍ਰਭੂ ਜਗ ਕੀ ਰਖਵਾਰੀ ਹੇ ਮੇਰੇ ਮਾਲਕਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਆਪ ਜੀ ਸਾਰੇ ਸੰਸਾਰ ਦੀ ਰੱਖਿਆ ਕਰਦੇ ਹੋ, ਇਹਨਾਂ ਸਾਰਿਆਂ ਦੀ ਰਖਵਾਲੀ ਕਰੋ। ਨਹੀਂ ਗਗਨ ਮੈਂ ਮੇਘ ਗਗੰਤੀ ਇਹਨਾਂ ਦੀ ਭਾਵਨਾ, ਇਹਨਾਂ ਦੀ ਬੇਨਤੀ ਇਹ ਹੈ ਕਿ ਮਹਾਰਾਜ ਗਗਨ ਦੇ ਵਿੱਚ, ਆਕਾਸ਼ ਦੇ ਵਿੱਚ ਕੋਈ ਬੱਦਲ ਦਿਖਾਈ ਨਹੀਂ ਦਿੰਦੇ, ਨਾਮੋ ਨਿਸ਼ਾਨ ਨਹੀਂ ਹੈ। ਸਭ ਦੇਸ ਨਕੋਏ ਖੇਤ ਸੁਗੰਤੀ ਸਾਰੇ ਇਲਾਕੇ ਦੇ ਵਿੱਚ ਜਿੰਨੇ ਵੀ ਖੇਤ ਆ, ਸਾਰਿਆਂ ਦੀ ਖੇਤੀ ਸੁੱਕ ਰਹੀ ਹੈ। ਸਭ ਕੇ ਫਸਲ ਜੇ ਅੰਨ ਬਿਨਾਸ਼ਾ ਮਹਾਰਾਜ ਸੱਚੇ ਪਾਤਸ਼ਾਹ, ਜੇ ਫਸਲ ਨਾ ਹੋਈ ਅੰਨ ਦਾ ਵਿਨਾਸ਼ ਹੋ ਜਾਏਗਾ, ਅੰਨ ਦਾ ਅਕਾਲ ਪੈ ਜਾਵੇਗਾ। ਨਹੀਂ ਨਰਨ ਕੀ ਜੀਵਨ ਆਸਾ ਮਹਾਰਾਜ ਸੱਚੇ ਪਾਤਸ਼ਾਹ, ਖੇਤੀ ਨਾ ਚੰਗੀ ਹੋਈ, ਅੰਨ ਨਹੀਂ ਪੈਦਾ ਹੋਏਗਾ, ਅੰਨ ਨਾ ਹੋਇਆ ਤੇ ਮਨੁੱਖਾਂ ਦੇ ਜੀਵਨ ਦੀ ਆਸ਼ਾ ਫਿਰ ਕਿੱਥੋਂ ਕਰੀਏ। ਮਨੁੱਖਾਂ ਦਾ ਜੀਵਨ ਵੀ ਖਤਰੇ ਵਿੱਚ ਹੈ, ਮਨੁੱਖਾਂ ਦੀ ਜ਼ਿੰਦਗੀ ਖਤਰੇ ਵਿੱਚ ਹੈ। ਆਪਣੀ ਸੰਗਤ ਜਾਨ ਬਚਾਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਇਸ ਇਲਾਕੇ ਵਿੱਚ ਚਰਨ ਪਾਏ ਹਨ, ਇਸ ਕਰਕੇ ਸਾਰੀ ਆਪਣੀ ਸੰਗਤ ਜਾਣ ਕੇ ਇਹਨਾਂ ਦੀ ਇੱਛਾ ਪੂਰੀ ਕਰੋ। ਕਰੋ ਬਾਗ ਵਰਖਾ ਬਰਖਾਵੋ ਆਪ ਜੀ ਵਚਨ ਕਰੋ ਤੇ ਆਪ ਜੀ ਦੇ ਬਚਨਾਂ ਦੇ ਨਾਲ ਵਰਖਾ ਹੋਵੇ। ਆਪ ਜੀ ਦੇ ਬਚਨਾਂ ਦੇ ਨਾਲ ਹੀ ਵਰਖਾ ਹੋਣੀ ਆ। ਆਪ ਜੀ ਵਰਖਾ ਨੂੰ ਵਰਸਣ ਦੇ ਆਪ ਜੀ ਬਚਨ ਕਰ ਦੇਵੋ। ਸੁਨਰ ਦੀ ਪ੍ਰਭ ਕ੍ਰੋਧ ਵਧਾਇਓ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸੰਗਤਾਂ ਦੀ ਅਰਜੀ, ਇਹਨਾਂ ਸੰਗਤਾਂ ਦੀ ਅਰਦਾਸ ਮੇਵੜੇ ਸਿੱਖ ਰਾਹੀਂ, ਅਰਦਾਸੀਏ ਸਿੱਖ ਰਾਹੀਂ ਸੁਣੀ, ਉਸ ਵੇਲੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਇੱਕਦਮ ਵੀਰ ਰਸ ਵਿੱਚ ਆ ਗਏ। ਡੱਲੇ ਜਿਸ ਅਵਲੋਕ ਅਲਾਇਓ ਭਾਈ ਡੱਲੇ ਦੀ ਤਰਫ ਸਤਿਗੁਰਾਂ ਨੇ ਦੇਖਿਆ ਤੇ ਦੇਖ ਕੇ ਕਹਿਣ ਲੱਗੇ, ਉਠ ਸਰਬਤ ਕੋ ਹਤੋ ਵਸਾਲਾ ਕਹਿੰਦੇ ਡੱਲਾ ਸਿਆਂ ਉੱਠ ਜਾ, ਕਹਿੰਦੇ ਜਿਹੜਾ ਸੁਰਪਤ ਇੰਦਰ ਆ ਨਾ, ਇਹਨੂੰ ਮਾਰ ਛਿੱਤਰ ਜਾ ਕੇ। ਪੜੈ ਮੇਘ ਜਿਸ ਕੋ ਤਦ ਕਾਲਾ ਕਹਿੰਦੇ ਜਦੋਂ ਇਹਨੂੰ ਛਿੱਤਰ ਵੱਜਣਗੇ ਉਸੇ ਵਕਤ ਹੀ ਫਿਰ ਇਹ ਵਰਖਾ ਪਾ ਦੇਵੇਗਾ, ਉਸੇ ਕਾਲ ਹੀ, ਉਸੇ ਸ਼ਨੀ ਇਹਨੇ ਵਰਖਾ ਪਾਉਣੀ ਹੈ। ਇਸ ਕਰਕੇ ਕਹਿੰਦੇ ਜਾ ਕੇ ਇੰਦਰ ਨੂੰ ਛਿੱਤਰ ਮਾਰ, ਕਿਉਂਕਿ ਇੰਦਰ ਜਿਹੜਾ ਉਹ ਵਰਖਾ ਦਾ ਦੇਵਤਾ ਮੰਨਿਆ ਗਿਆ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਅਸੀਂ ਇਹਨੂੰ ਬੇਨਤੀ ਨਹੀਂ ਕਰਨੀ ਇੰਦਰ ਨੂੰ, ਕਿਉਂਕਿ ਇਹ ਸਤਿਗੁਰ ਦੇ ਦਰ ਘਰ ਦੇ ਤਾਂ ਇਹ ਸਾਰੇ ਸੇਵਾਦਾਰ ਆ ਨਾ, ਤੇ ਸਤਿਗੁਰ ਸੱਚੇ ਪਾਤਸ਼ਾਹ ਸੇਵਾਦਾਰਾਂ ਨੂੰ ਬੇਨਤੀ ਥੋੜੀ ਕਰਨਗੇ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸੇਵਾਦਾਰ ਨੂੰ ਭਾਈ ਡੱਲੇ ਨੂੰ ਆਖਿਆ, ਕਹਿੰਦੇ ਜਾਓ ਜਾ ਕੇ ਇੰਦਰ ਨੂੰ ਤਾੜਨਾ ਕਰੋ। ਪੜੈ ਮੇਘ ਜਿਸ ਤੇ ਤਦ ਕਾਲਾ ਜਿਸ ਕਰਕੇ ਕਹਿੰਦੇ ਤਤਕਾਲ ਹੀ, ਉਸੇ ਛਿਨ ਹੀ ਉਹ ਬੱਦਲਾਂ ਨੂੰ ਭੇਜੇਗਾ, ਵਰਖਾ ਹੋਵੇਗੀ। ਗੁਰੂ ਬਚਨ ਕਰ ਧਰ ਵਿਸਵਾਸਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਦੇ ਉੱਤੇ ਵਿਸ਼ਵਾਸ ਧਾਰਨ ਕੀਤਾ ਭਾਈ ਡੱਲੇ ਨੇ, ਕਿਉਂਕਿ ਆਪਣੇ ਵਰਗਾ ਸਿੱਖ ਨਹੀਂ ਸੀ ਨਾ ਭਾਈ ਡੱਲਾ। ਆਪਾਂ ਨੂੰ ਤਾਂ ਇਹ ਲੱਗਣਾ ਸੀ ਵੀ ਇੰਦਰ ਕਿੱਥੇ, ਦੇਵਤਾ, ਤੇ ਅਸੀਂ ਉਹਨੂੰ ਛਿੱਤਰ ਕਿੱਦਾਂ ਮਾਰੀਏ ਤੇ ਕਿਵੇਂ ਵਰਖਾ, ਵੀ ਸਤਿਗੁਰ ਸੱਚੇ ਪਾਤਸ਼ਾਹ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਆ। ਔਰ ਜਾਂ ਫਿਰ ਜੇ ਅੱਜ ਦੇ ਸਮੇਂ ਵਰਗਾ ਕੋਈ ਸਾਧੂ ਮਹਾਤਮਾ ਹੁੰਦਾ, ਉਹਨੇ ਕਹਿਣਾ ਸੀ ਵੀ ਭਾਈ ਲਿਆਓ ਆਪਾਂ ਜੱਗ ਕਰੀਏ, ਅੰਨ ਇਕੱਠਾ ਕਰੋ, ਕਿਉਂਕਿ ਬਹੁਤੇ ਸਾਧੂ ਇਸੇ ਤਰ੍ਹਾਂ ਹੀ ਕਰਦੇ ਆ ਨਾ। ਉਹਨਾਂ ਕੋਲੇ ਦੁਨੀਆ ਦੇ ਲੋਕ ਜਾਂਦੇ ਆ, ਬਾਬਾ ਜੀ, ਸੰਤ ਜੀ, ਮਹਾਂਪੁਰਖੋਂ ਮੀਂਹ ਨਹੀਂ ਪੈਂਦਾ, ਕਹਿੰਦੇ ਭਾਈ ਜੱਗ ਕਰਦੇ ਆ। ਉਹ ਜੱਗ ਕਿਹਦਾ ਕਰਦੇ ਆ? ਇੰਦਰ ਦੀ ਪੂਜਾ ਕਰਦੇ ਆ। ਸੋ ਦੇਵੀ ਦੇਵਤਿਆਂ ਦੀ ਪੂਜਾ ਤੋਂ ਸਤਿਗੁਰ ਸੱਚੇ ਪਾਤਸ਼ਾਹ ਨੇ ਬਹੁਤ ਦੇਰ ਬਾਅਦ ਤੋਂ ਤਾਂ ਸਾਨੂੰ ਹਟਾਇਆ, ਇੱਕ ਅਕਾਲ ਪੁਰਖ ਦੇ ਪੁਜਾਰੀ ਬਣਾਇਆ। ਗੁਰੂ ਕਾ ਸਿੱਖ ਇੱਕ ਅਕਾਲ ਦਾ ਪੁਜਾਰੀ ਹੈ। ਸੋ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਭਾਈ ਡੱਲੇ ਨੂੰ ਜਿਹੜੇ ਬਚਨ ਕੀਤੇ, ਭਾਈ ਡੱਲੇ ਨੇ ਉਹਨਾਂ ਤੇ ਸ਼ਰਧਾ ਧਾਰੀ ਵਿਸ਼ਵਾਸ ਕੀਤਾ। ਡੱਲਾ ਉਠਿਓ ਬਿਲੋਕ ਆਕਾਸ਼ਾ
ਡੱਲਾ ਉੱਠਿਆ ਤੇ ਉੱਠ ਕੇ ਉਹਨੇ ਆਕਾਸ਼ ਵੱਲ ਨੂੰ ਵੇਖਿਆ। ਬਨੀ ਸਬਤ ਪਕਾਏ ਸੁਮਾਰੀ। ਧੌੜੀ ਦੀ ਜੁੱਤੀ ਲਾ ਕੇ ਨਾ ਭਾਈ ਡੱਲੇ ਨੇ ਤੇ ਆਕਾਸ਼ ਵੱਲ 5-7 ਵਾਰ ਭਗਾ ਭਗਾ ਕੇ ਮਾਰੀ ਉੱਪਰ ਨੂੰ। ਮੁਖ ਤੇ ਕਾਰੀ ਅਨਕਰਕਾਰੀ। ਤੇ ਆਪਣੇ ਮੁਖ ਤੋਂ ਆਪਣੇ ਮੂੰਹ ਤੋਂ ਕੁਝ ਫਿੱਕੇ ਬਚਨ ਵੀ ਬੋਲੇ। ਇਹ ਇੰਦਰ ਨੂੰ ਕੁਝ ਗਾਲਾਂ ਵੀ ਕੱਢੀਆਂ। ਆਮ ਕਹਿੰਦੇ ਆ ਵੀ ਜੱਟ ਦਾ ਜਿਹੜਾ ਮੂੰਹ ਇਹ ਕੁਹਾੜੇ ਨਾਲ ਪਾਟਿਆ ਹੁੰਦਾ, ਵੀ ਕਿੱਥੇ ਰਹਿੰਦਾ ਗਾਲ ਦੁੱਪੜ ਕੱਢਣ ਤੋਂ। ਤੇ ਇਹਨੇ ਗਾਲੀ ਗਲੋਚ ਵੀ ਇੰਦਰ ਨੂੰ ਕਰ ਦਿੱਤਾ। ਮਾਨਵ ਕੋ ਬਰਕੋ ਤੂਰਨ। ਜਦੋਂ ਇਹਨੇ ਗਾਲੀ ਗਲੋਚ ਕੀਤਾ ਤੇ ਨਾਲ ਹੀ ਕਹਿਣ ਲੱਗਿਆ ਜੁੱਤੀਆਂ ਮਾਰਦਾ ਹੋਇਆ ਭਾਈ ਡੱਲਾ, ਕਹਿੰਦਾ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ। ਕਹਿੰਦਾ ਇੰਦਰ ਦੇਵਤੇ ਜੇ ਚੰਗੀ ਚਾਹੁੰਨਾ ਤੇ ਹੁਣੇ ਵਰਖਾ ਕਰ ਦੇ। ਹਮ ਵੀ ਬਚ ਮਾਨੈ ਗੁਰ ਪੂਰਨ। ਕਹਿੰਦੇ ਤੂੰ ਕੌਣ ਹੁੰਨਾ ਜਿਹੜਾ ਸਤਿਗੁਰੂ ਦਾ ਬਚਨ ਨਾ ਮੰਨੇ? ਅਸੀਂ ਵੀ ਸਾਰੇ ਸਤਿਗੁਰੂ ਦਾ ਬਚਨ ਮੰਨਦੇ ਆ। ਸਤਿਗੁਰੂ ਪੂਰਨ ਸਤਿਗੁਰੂ ਹਨ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੋ ਪੂਰਨ ਸਤਿਗੁਰੂ ਦਾ ਬਚਨ ਹੈ, ਉਹਨਾਂ ਦੇ ਬਚਨ ਨੂੰ ਮੰਨ ਤੂੰ ਵੀ। ਬੀਜ ਲੋਕੀ ਹੈ ਅਸ ਕੌਣ। ਕਹਿੰਦੇ ਤਿੰਨਾਂ ਲੋਕਾਂ ਵਿੱਚ, ਸਵਰਗ ਲੋਕ ਵਿੱਚ, ਮਾਤ ਲੋਕ ਵਿੱਚ, ਪਾਤਾਲ ਲੋਕ ਵਿੱਚ ਕੌਣ ਹੈ ਐਸਾ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਆਗਿਆ ਨਹੀਂ ਮੰਨਦਾ? ਜਿਸ ਦੇ ਮਨ ਮੈਂ ਸ੍ਰੀ ਕਰ ਭਾਉ ਨਾ। ਐਸਾ ਕੋਈ ਵੀ ਨਹੀਂ ਹੈ ਜਿਹਦੇ ਮਨ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਭਾਉ ਨਾ ਹੋਵੇ। ਸਾਰੇ ਦੇਵੀ ਦੇਵਤੇ ਉਹਦੇ ਭੈ ਦੇ ਵਿੱਚ ਹੀ ਵਸਦੇ ਆ ਨਾ। ਕਹਿੰਦੇ ਕੋਈ ਐਸਾ ਨਹੀਂ ਜਿਹੜਾ ਉਹਦੀ ਭਾਉ ਭਾਵਨੀ ਵਿੱਚ ਨਾ ਹੋਵੇ। ਤੂੰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਭੈ ਮੰਨ ਕੇ ਅਦਬ ਕਰਦਾ ਹੋਇਆ ਉਹਨਾਂ ਦੇ ਵਚਨ ਨੂੰ ਪੂਰਾ ਕਰ ਦੇ, ਮੀਂਹ ਪਾ ਦੇ। ਆਪ ਕ੍ਰਿਸ਼ਨ ਰਨ ਕਰ ਜੈ ਪਾਈ। ਭਗਵਾਨ ਕ੍ਰਿਸ਼ਨ ਜੀ ਰੂਪ ਹੋ ਕੇ ਇੱਕ ਵਾਰੀ ਇੰਦਰ ਦੇ ਨਾਲ ਉਹਨਾਂ ਦਾ ਵੀ ਰਣ ਹੋਇਆ ਸੀ, ਉਹਨਾਂ ਦਾ ਵੀ ਜੰਗ ਹੋਇਆ ਸੀ। ਮਥੁਰਾ ਬਿੰਦਰਾਬਨ ਦੀ ਧਰਤੀ ਜਿਹੜੀ ਕ੍ਰਿਸ਼ਨ ਜੀ ਦੀ ਜਨਮ ਭੂਮੀ, ਸੋ ਉੱਥੇ ਬਹੁਤ ਸਾਰੇ ਗਵਾਲੇ ਗਵਾਲਣਾ ਰਹਿੰਦੇ ਸਨ, ਗਊਆਂ ਚਾਰਦੇ, ਉਹਨਾਂ ਦਾ ਦੁੱਧ ਵਰਤਦੇ ਘਰਾਂ ਦੇ ਵਿੱਚ। ਸੋ ਜਿਹੜੇ ਕ੍ਰਿਸ਼ਨ ਜੀ ਨੂੰ ਜਿਨ੍ਹਾਂ ਨੇ ਪਾਲਿਆ, ਇਹਨਾਂ ਦੇ ਪਿਤਾ ਬਾਬਾ ਨੰਦ ਜੀ ਸਨ, ਉਹ ਵੀ ਗਵਾਲੇ ਸਨ ਤੇ ਇਹਨਾਂ ਗਵਾਲਿਆਂ ਦੇ ਮੁਖੀ ਸਨ। ਤੇ ਉਸ ਵੇਲੇ ਕੀ ਕਰਦੇ ਸਨ? ਉਹ ਵੀ ਸਾਰੇ ਮਥੁਰਾ ਬਿੰਦਰਾਬਨ ਦੇ ਵਾਸੀ ਇੰਦਰ ਦੀ ਪੂਜਾ ਕਰਿਆ ਕਰਦੇ। ਗੋਵਰਧਨ ਪਰਬਤ ਹੈ ਉੱਥੇ, ਇੱਕ ਗੋਵਰਧਨ ਨਾਂ ਦਾ ਪਹਾੜ। ਉਸ ਪਹਾੜ ਦੇ ਉੱਤੇ ਜਾ ਕੇ ਘਰਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਉਣੇ ਤੇ ਇੰਦਰ ਨੂੰ ਭੇਟ ਕਰਨੇ, ਇੰਦਰ ਦੀ ਪੂਜਾ ਕਰਨੀ। ਫਿਰ ਮੀਂਹ ਪੈਂਦਾ। ਤਾਂ ਸਾਧ ਸੰਗਤ ਜੀ ਇੱਕ ਵਾਰੀ ਮਾਤਾ ਯਸ਼ੋਦਾ ਉਹ ਘਰ ਦੇ ਵਿੱਚ ਪਕਵਾਨ ਬਣਾ ਰਹੇ ਆ। ਭਗਵਾਨ ਕ੍ਰਿਸ਼ਨ ਜੀ ਬਾਹਰੋਂ ਆਏ, ਆ ਕੇ ਪੁੱਛਦੇ ਆ, ਮਾਂ ਕੀ ਕਰਦੀ ਐ? ਮਾਂ ਕਹਿਣ ਲੱਗੀ, ਪੁੱਤਰ ਅਸੀਂ ਇੰਦਰ ਦੀ ਪੂਜਾ ਕਰਦੇ ਆਂ ਤੇ ਉਹਦੇ ਵਾਸਤੇ ਪਕਵਾਨ ਤਿਆਰ ਕਰ ਰਹੇ ਆਂ। ਗੋਵਰਧਨ ਪਰਬਤ ਦੇ ਉੱਤੇ ਜਾ ਕੇ, ਤੈਨੂੰ ਪਤਾ ਹੀ ਹੈ ਵੀ ਆਪਾਂ ਸਾਰੇ ਰਲ ਕੇ ਜਾ ਕੇ ਉੱਥੇ ਪੂਜਾ ਕਰਦੇ ਆਂ। ਕਈ ਵਾਰੀ ਕਈ ਤਿਉਹਾਰ ਹੁੰਦੇ ਆ ਸੰਗਤ ਜੀ, ਉਹ ਆਪਾਂ ਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ ਵੀ ਕਿਉਂ ਮਨਾਏ ਜਾਂਦੇ ਆ, ਕਿਉਂ ਵਿਸ਼ੇਸ਼ ਪਕਵਾਨ ਤਿਆਰ ਕੀਤੇ ਜਾਂਦੇ ਆ ਉਹਨਾਂ ਦਿਨਾਂ ਵਿੱਚ। ਪਰ ਆਪਾਂ ਪਰੰਪਰਾ ਤੋਂ ਚੱਲੀਆਂ ਆ ਰਹੀਆਂ ਗੱਲਾਂ ਦੇ ਮੁਤਾਬਕ ਹੀ ਉਹਨਾਂ ਤਿਉਹਾਰਾਂ ਨੂੰ ਮਨਾਉਂਦੇ ਆ। ਹਾਲਾਂਕਿ ਆਪਾਂ ਨੂੰ ਇਤਿਹਾਸ ਦਾ ਨਹੀਂ ਪਤਾ ਹੁੰਦਾ। ਜਿਵੇਂ ਆਮ ਹੀ ਆਪਣੇ ਘਰਾਂ ਦੇ ਵਿੱਚ ਕਦੇ ਮਿੱਠਾ ਅੰਨ ਪਕਾ ਲਿਆ, ਕਦੇ ਖੀਰ ਬਣਾ ਲਈ, ਕੋਈ ਨਾ ਕੋਈ ਦਿਹਾੜਾ ਆਇਆ ਰਹਿੰਦਾ, ਗ੍ਰਸਤੀ ਲੋਕ ਕਰਦੇ ਆ। ਹਾਲਾਂਕਿ ਉਹਦੇ ਪਿਛਲੀ ਪਰੰਪਰਾ ਦਾ ਕਿਸੇ ਨੂੰ ਨਹੀਂ ਪਤਾ ਹੁੰਦਾ, ਪਰ ਫਿਰ ਵੀ ਚਲੋ ਬਹਾਨੇ ਦੇ ਨਾਲ ਬੱਚੇ ਘਰ ਦੇ ਵਿੱਚ ਤਿਆਰ ਮਠਿਆਈ ਵਗੈਰਾ ਖਾ ਲੈਂਦੇ ਆ, ਕੋਈ ਮਾੜੀ ਗੱਲ ਨਹੀਂ ਹੈ। ਸੋ ਇਸ ਪ੍ਰਕਾਰ ਜਦੋਂ ਪਕਵਾਨ ਬਣ ਰਿਹਾ ਘਰ ਵਿੱਚ, ਮਾਤਾ ਨੂੰ ਪੁੱਛਦੇ ਨੇ ਭਗਵਾਨ ਕ੍ਰਿਸ਼ਨ ਜੀ, ਮਾਤਾ ਕੀ ਬਣਾ ਰਹੇ ਹੋ? ਪੁੱਤਰ ਜੀ ਪਕਵਾਨ ਤਿਆਰ ਕਰ ਰਹੀ ਆ, ਇੰਦਰ ਦੀ ਪੂਜਾ ਕਰਨੀ ਆ। ਥਾਲ ਭਰ ਭਰ ਕੇ ਆਪਾਂ ਉੱਥੇ ਲੈ ਕੇ ਜਾਂਦੇ ਆ ਸਾਰੇ ਬਿੰਦਰਾਬਨ ਦੇ ਵਾਸੀ, ਮਥੁਰਾ ਦੇ ਵਾਸੀ, ਤੇ ਉੱਥੇ ਜਾ ਕੇ ਪੂਜਾ ਕਰਦੇ ਆ। ਮਾਂ ਕਿਉਂ ਕਰਦੇ ਆ ਪੂਜਾ? ਕਹਿੰਦੀ ਪੁੱਤ ਇੰਦਰ ਖੁਸ਼ ਹੋ ਕੇ ਨਾ ਆਪਣੀ ਪੂਜਾ ਤੋਂ ਜਦੋਂ ਉਹਨੂੰ ਛਕਣ ਨੂੰ ਕੁਝ ਦਿੰਦੇ ਆ ਤਾਂ ਉਹ ਮੀਂਹ ਪਾਉਂਦਾ ਹੈ, ਵਰਖਾ ਹੁੰਦੀ ਹੈ। ਵਰਖਾ ਹੋਣ ਨਾਲ ਖੇਤੀ ਹਰੀ ਭਰੀ ਹੁੰਦੀ ਆ, ਹਰਾ ਹਰਾ ਘਾਹ ਪੈਦਾ ਹੁੰਦਾ, ਸਾਡੀਆਂ ਗਊਆਂ ਚਰਦੀਆਂ ਤੇ ਬੜਾ ਵਧੀਆ ਦੁੱਧ ਦਿੰਦੀਆਂ, ਤੇ ਉਹ ਦੁੱਧ ਤੋਂ ਫਿਰ ਅੱਗੇ ਆਪਾਂ ਪਕਵਾਨ ਬਣਾਉਂਦੇ ਆ, ਆਪਾਂ ਛਕਦੇ ਆ, ਇਸ ਕਰਕੇ ਕਰਦੇ ਆ। ਭਗਵਾਨ ਜੀ ਕਹਿਣ ਲੱਗੇ, ਕਹਿੰਦੇ ਮਾਤਾ ਇਹ ਤਾਂ ਪ੍ਰਮਾਤਮਾ ਦੇ ਵਾਸਾ ਮੀਂਹ ਪਵਾਉਣਾ, ਆਪਾਂ ਇੰਦਰ ਦੀ ਪੂਜਾ ਕਿਉਂ ਕਰਦੇ ਆ? ਨਹੀਂ ਕਰਨੀ ਚਾਹੀਦੀ। ਭਗਵਾਨ ਜੀ ਨੇ ਐਸੀ ਕਲਾ ਵਰਤਾਈ,
ਸੰਗਤ ਜੀ ਸਾਰੇ ਗਵਾਲੇ ਗਵਾਲਣਾ ਦੇ ਮਨ ਨੂੰ ਪ੍ਰੇਰ ਕੇ ਗੋਵਰਧਨ ਪਰਬਤ ਦੇ ਉੱਤੇ ਲੈ ਗਏ। ਇਹ ਗੋਵਰਧਨ ਪਰਬਤ ਦੇ ਵਿੱਚ ਨਾ ਇੱਕ ਬਹੁਤ ਡੂੰਘੀ ਖਾਈ ਸੀ, ਖੱਡ ਸੀ। ਚੁਪਕੇ ਜੇ ਭਗਵਾਨ ਜੀ ਵਿੱਚੋਂ ਸੰਗਤ ਦੇ ਨਿਕਲ ਕੇ ਨਾ ਤੇ ਅਲੋਪ ਹੋ ਗਏ, ਜਾ ਕੇ ਵਿਰਾਟ ਰੂਪ ਧਾਰਨ ਕਰ ਲਿਆ ਉਹ ਖੱਡ ਦੇ ਵਿੱਚ। ਸਾਰਿਆਂ ਨੂੰ ਕਹਿੰਦੇ ਵੀ ਆਹ ਖੱਡ ਦੇ ਵਿੱਚ ਭੋਜਨ ਪਕਵਾਨ ਜਿਹੜੇ ਪਾਈ ਜਾਓ। ਹੁਣ ਸਾਰੇ ਪਾਈ ਜਾਂਦੇ ਆ, ਭਗਵਾਨ ਜੀ ਛਕੀ ਗਏ, ਸਭ ਕੁਝ ਹੀ ਛਕ ਗਏ, ਇੰਦਰ ਵਾਸਤੇ ਕੁਝ ਛੱਡੇ ਹੀ ਨਾ। ਤੇ ਹੁਣ ਜਿਹਦੀ ਪੂਜਾ ਹੋਣੋਂ ਹਟ ਜਾਏ ਉਹਨੇ ਗੁੱਸੇ ਤਾਂ ਹੋਣਾ ਹੀ ਆ ਭਾਈ। ਇੰਦਰ ਗੁੱਸੇ ਵਿੱਚ ਆ ਗਿਆ। ਉਹਨੇ ਗੁੱਸੇ ਵਿੱਚ ਆ ਕੇ 27-28 ਦਿਨ ਲਗਾਤਾਰ 1 ਮਹੀਨੇ ਦੇ ਕਰੀਬ ਇੰਨੀ ਮੋਹਲੇ ਧਾਰ ਵਰਖਾ ਪਾਈ, ਐ ਜਿਵੇਂ ਤਿੱਖੇ ਤੀਰ ਵੱਜਦੇ ਹੁੰਦੇ ਆ ਨਾ, ਐ ਤਿੱਖੀਆਂ ਕਣੀਆਂ ਉਹਨੇ ਵਰਾਈਆਂ। ਭਗਵਾਨ ਜੀ ਨੇ ਜਦੋਂ ਵੇਖਿਆ ਵੀ ਆਹ ਤਾਂ ਕਰਤੂਤ ਸਾਰੀ ਇੰਦਰ ਨੇ ਇਸ ਕਰਕੇ ਕੀਤੀ ਹੈ ਵੀ ਮੇਰੀ ਪੂਜਾ ਭਗਵਾਨ ਨੇ ਹੋਣ ਨਹੀਂ ਦਿੱਤੀ। ਫਿਰ ਵੀ ਦੁਆਪਰ ਦਾ ਅਵਤਾਰ ਸੀ ਨਾ, ਦੁਆਪਰ ਕਿਸ਼ਰ ਮੁਰਾਰ ਕੰਸ ਕਰਤਾਰਥ ਕੀਓ, ਉਗਰ ਸੈਨ ਕੋ ਰਾਜ ਅਪਹਿ ਭਗਤ ਹੈ ਜਨ ਦੀਓ। ਦੁਆਪਰ ਦੇ ਅਵਤਾਰ ਕ੍ਰਿਸ਼ਨ ਜੀ, ਉਹਨਾਂ ਨੇ ਕੀ ਕੀਤਾ, ਫਿਰ ਜਿਹੜਾ ਇਹ ਗੋਵਰਧਨ ਪਰਬਤ ਸੀ ਨਾ, ਇਹ ਆਪਣੇ ਉਸ ਬਚਨ ਨੂੰ ਨਿਭਾਉਣ ਵਾਸਤੇ ਆਪਣੀ ਹਥੇਲੀ ਦੇ ਉੱਤੇ, ਹੱਥ ਦੇ ਉੱਤੇ ਚੁੱਕ ਲਿਆ, ਜਿਹੜਾ ਬਚਨ ਹਨੂਮਾਨ ਜੀ ਵੇਲੇ ਕੀਤਾ ਸੀ, ਰਾਮਚੰਦਰ ਜੀ ਵੇਲੇ। ਉਹ ਕੀ ਹੋਇਆ ਸੀ ਕਿ ਜਦੋਂ ਸੰਜੀਵਨੀ ਬੂਟੀ ਲੈਣ ਵਾਸਤੇ ਹਨੂਮਾਨ ਜੀ ਨੂੰ ਭੇਜਿਆ, ਲక్ష్మణ ਜੀ ਮੂਰਛਿਤ ਹੋ ਗਏ। ਇੱਧਰ ਦਰਿਆ ਦੇ ਉੱਤੇ ਲੰਕਾ ਵੱਲ ਨੂੰ ਪੁਲ ਚਿਣਨ ਦਾ ਕੰਮ ਚੱਲ ਰਿਹਾ ਹੈ ਤੇ ਪੱਥਰ ਦੀ ਵੀ ਲੋੜ ਸੀ। ਹਨੂਮਾਨ ਜੀ ਨੇ ਇਹ ਸੋਚ ਕੇ ਸਾਰਾ ਉਹ ਪੱਥਰ ਪਹਾੜ ਹੀ ਚੱਕ ਲਿਆਂਦਾ ਵੀ ਚਲੋ ਉੱਥੇ ਭਗਵਾਨ ਜੀ ਦੀ ਸੇਵਾ ਦੇ ਵਿੱਚ ਆ ਵੀ ਹਾਜ਼ਰ ਕਰ ਦਿਆਂਗੇ, ਪੁਲ ਬਣਾਉਣ ਦੇ ਵੀ ਕੰਮ ਆ ਜਾਊਗਾ ਤੇ ਜਿਹੜੀ ਜੜੀ ਬੂਟੀ ਹੋਊਗੀ ਉਹ ਵੀ ਆਪੇ ਉੱਥੋਂ ਲੱਭ ਲੈਣਗੇ। ਜਦੋਂ ਇਹ ਪਰਬਤ ਨੂੰ ਚੁੱਕਿਆ ਹੱਥ ਦੇ ਉੱਤੇ ਹਨੂਮਾਨ ਜੀ ਨੇ ਤੇ ਕਹਿੰਦੇ ਇਹ ਪਰਬਤ ਕਹਿੰਦਾ ਜੀ ਮੈਂ ਕਈ ਜਨਮਾਂ ਦਾ ਸਰਾਪਿਆ ਹੋਇਆ ਤੇ ਆ ਪੱਥਰ ਦੀ ਜੂਨੀ ਪਿਆ, ਮੈਨੂੰ ਲੈ ਕੇ ਤਾਂ ਜਾਈ, ਮੇਰੇ ਨਾਲ ਬਚਨ ਕਰ ਜੇ ਭਗਵਾਨ ਜੀ ਮੇਰੇ ਉੱਪਰ ਚਰਨ ਪਾਉਣਗੇ। ਹਨੂਮਾਨ ਜੀ ਨੇ ਵਚਨ ਕਰ ਲਿਆ, ਕਹਿੰਦੇ ਠੀਕ ਆ ਜੀ, ਚਰਨ ਪਾ ਦੇਣਗੇ, ਭਗਵਾਨ ਜੀ ਕੋਲੇ ਲੈ ਕੇ ਚੱਲਿਆ। ਇੱਧਰ ਇਹ ਪਰਬਤ ਉਠਾ ਕੇ ਜਦੋਂ ਇਹ ਮਥੁਰਾ ਬਿੰਦਰਾਵਨ ਦੇ ਕੋਲੇ ਪਹੁੰਚੇ ਆ, ਉਧਰ ਪੁਲ ਦਾ ਕੰਮ ਪੂਰਾ ਹੋ ਗਿਆ। ਭਗਵਾਨ ਰਾਮਚੰਦਰ ਜੀ ਨੇ ਕਹਿ ਦਿੱਤਾ ਕਿ ਭਾਈ ਜਿਹੜੇ ਕੋਈ ਪੱਥਰ ਲੈ ਕੇ ਆ ਰਹੇ ਹੋ, ਜਿੱਥੇ ਜਿੱਥੇ ਲਿਆ ਰਹੇ ਹੋ ਉੱਥੇ ਹੀ ਰੱਖ ਦਿਓ, ਹੁਣ ਹੋਰ ਲੋੜ ਨਹੀਂ, ਤੇ ਬਾਕੀ ਤੁਸੀਂ ਸਾਰੇ ਲੰਕਾ ਵਿਖੇ ਆ ਜਾਓ, ਹੁਣ ਰਾਵਣ ਦੇ ਨਾਲ ਯੁੱਧ ਲੜਨਾ। ਪਰ ਹਨੂਮਾਨ ਜੀ ਨਾ ਗਏ। ਭਗਵਾਨ ਰਾਮਚੰਦਰ ਜੀ ਪੁੱਛਦੇ ਆ ਵੀ ਹਨੂਮਾਨ ਜੀ ਕਿੱਥੇ ਰਹਿ ਗਏ, ਉਹ ਕਿਉਂ ਨਹੀਂ ਆਏ? ਤਾਂ ਉਸ ਵੇਲੇ ਦੱਸਿਆ, ਕਹਿੰਦੇ ਜੀ ਹਨੂਮਾਨ ਜੀ ਨੇ ਬਚਨ ਕੀਤਾ ਸੀ, ਉਹ ਪੱਥਰ ਦੇ ਨਾਲ, ਪਹਾੜ ਦੇ ਨਾਲ ਸੂਰਬੀਰ ਬਚਨ ਕੇ ਬਲੀ ਹੁੰਦੇ ਆ, ਇਸ ਕਰਕੇ ਉਹ ਆਪਣਾ ਬਚਨ ਉਹ ਪੂਰਾ ਨਹੀਂ ਕਰ ਸਕੇ। ਤੁਸੀਂ ਬਚਨ ਕਰ ਦਿੱਤਾ ਵੀ ਉੱਥੇ ਹੀ ਰੱਖ ਦਿਓ ਪੱਥਰ ਜਿੱਥੇ ਜਿੱਥੇ ਲਿਆ ਰਹੇ ਹੋ, ਤੇ ਦੂਜਾ ਤੁਹਾਡੇ ਹੁਕਮ ਦੀ ਅਦੂਲੀ ਵੀ ਨਹੀਂ ਕਰ ਸਕਦੇ, ਇਸ ਕਰਕੇ ਉੱਥੇ ਹੀ ਬੈਠੇ ਆ। ਕਹਿੰਦੇ ਜਾਓ, ਕਹਿੰਦੇ ਉਹ ਪਰਬਤ ਨੂੰ ਸਾਡੇ ਵੱਲੋਂ ਕਹਿ ਦਿਓ ਵੀ ਚਰਨ ਇੱਕ ਵਾਰ ਹੀ ਨਹੀਂ ਪਾਵਾਂਗੇ, ਬਾਰ-ਬਾਰ ਤੇਰੇ ਉੱਤੇ ਚਰਨ ਪੈਂਦੇ ਰਹਿਣਗੇ। ਅਗਲੇ ਯੁੱਗ ਦੇ ਵਿੱਚ, ਦੁਆਪਰ ਯੁੱਗ ਦੇ ਵਿੱਚ ਅਸੀਂ ਇਹ ਮਥੁਰਾ ਬਿੰਦਰਾਵਨ ਦੀ ਧਰਤੀ ਦੇ ਉੱਤੇ ਹੀ ਇਹ ਗੋਵਰਧਨ ਪਰਬਤ ਦੇ ਉੱਤੇ ਚਰਨ ਪਾਵਾਂਗੇ। ਸੋ ਉਹ ਬਚਨ ਨੂੰ ਪੂਰਿਆਂ ਕਰਨ ਵਾਸਤੇ ਭਗਵਾਨ ਕ੍ਰਿਸ਼ਨ ਜੀ ਨੇ ਕੀ ਕੀਤਾ, ਜਦੋਂ ਇੰਦਰ ਮੀਂਹ ਪਾਉਣੋਂ ਨਾ ਹਟਿਆ ਨਾ, ਇਹ ਪਹਾੜ ਨੂੰ ਉੱਪਰ ਚੁੱਕ ਲਿਆ ਹੱਥ ਦੇ ਉੱਤੇ। ਸਾਰੇ ਗਵਾਲੇ ਗਵਾਲਣਾ, ਪਸ਼ੂ, ਜਿੰਨੀਆਂ ਗਾਵਾਂ ਸਨ, ਚਾਰੇ ਪਾਸੇ ਪਾਣੀ ਪਾਣੀ ਫਿਰਦਾ ਸੀ, ਕੋਈ ਘਾਹ ਚਰਨ ਵਾਸਤੇ ਉਹਨਾਂ ਦੇ ਚਾਰਾ ਨਹੀਂ ਸੀ, ਬੜੇ ਦੁਖੀ ਸਨ ਸਾਰੇ। ਸਾਰਿਆਂ ਨੂੰ ਉਹ ਪਹਾੜ ਦੇ ਹੇਠਾਂ ਖੜੇ ਕਰ ਲਿਆ। ਇੰਦਰ ਨੇ ਜ਼ੋਰ ਲਾ ਲਿਆ, ਜ਼ੋਰ ਲਾ ਲਾ ਕੇ ਐਨ ਅੱਕ ਥੱਕ ਕੇ ਭਗਵਾਨ ਜੀ ਦੀ ਸ਼ਰਣੀ ਪੈ ਗਿਆ, ਕਿਉਂਕਿ ਮੀਂਹ ਦਾ ਅਸਰ ਕਿੱਥੇ ਹੋਣਾ ਸੀ, ਉੱਤੇ ਤਾਂ ਪਹਾੜ। ਇਸ ਤਰ੍ਹਾਂ ਸਾਰੀ ਪਰਜਾ ਦੀ ਵੀ ਰੱਖਿਆ ਭਗਵਾਨ ਜੀ ਨੇ ਕੀਤੀ ਤੇ ਇਹ ਇੰਦਰ ਦੇ ਨਾਲ ਵੀ ਇਹ ਰਣ ਲੜਿਆ। ਸੋ ਇੱਥੇ ਕਵੀ ਜੀ ਕਹਿ ਰਹੇ ਹੈ ਕਿ ਆਪ ਕ੍ਰਿਸ਼ਨ ਰਣ ਕਰ ਜੈ ਭਾਈ। ਭਗਵਾਨ ਕ੍ਰਿਸ਼ਨ ਜੀ ਨੇ ਆਪ ਜਾ ਕੇ ਤੇ ਉਹ ਇੰਦਰ ਦੇ ਨਾਲ ਰਣ ਦੇ ਵਿੱਚ ਲੜ ਕੇ ਇਉਂ ਮੁਕਾਬਲਾ ਕਰਦਿਆਂ ਹੋਇਆ ਵਿਜੇ ਪ੍ਰਾਪਤ ਕੀਤੀ ਸੀ, ਫਤਿਹ ਪ੍ਰਾਪਤ ਕੀਤੀ ਸੀ। ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਕਿਉਂਕਿ ਉਹ ਤੇ ਸਰਬ ਕਲਾ ਸੰਪੂਰਨ ਹਨ, ਭਗਵਾਨ ਕ੍ਰਿਸ਼ਨ ਉਹ ਠੀਕ ਹੈ ਵੀ ਸਤਿਕਾਰਯੋਗ ਅਵਤਾਰ ਹਨ, ਪਰ ਉਹ 16 ਕਲਾ ਸੰਪੂਰਨ ਅਵਤਾਰ ਹੋਏ ਹੈ। 16 ਹੈ ਕਲਾ ਸੰਪੂਰਨ ਫਲਿਆ
ਅਨੰਤ ਕਲਾ ਹੋਏ ਠਾਕੁਰ ਚੜਿਆ। ਭਗਵਾਨ ਕ੍ਰਿਸ਼ਨ ਜੀ 16 ਕਲਾ ਸੰਪੂਰਨ ਅਵਤਾਰ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਨੰਤ ਕਲਾ ਦੇ ਮਾਲਕ ਹਨ। ਔਰ ਉਸੇ ਗੁਰੂ ਦਾ 10ਵਾਂ ਸਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਰਬ ਕਲਾ ਸਮਰੱਥ ਸਤਿਗੁਰੂ ਹਨ। ਭਗਵਾਨ ਕ੍ਰਿਸ਼ਨ ਨੂੰ ਆਪ ਜਾ ਕੇ ਜੰਗ ਲੜਨਾ ਪਿਆ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਦਾਸ, ਆਪਣਾ ਸੇਵਕ ਭਾਈ ਡੱਲਾ, ਉਹਦੇ ਤੋਂ ਹੀ ਮਾਰ ਕਰਾਤੀ। ਇੰਦਰ ਦੇ ਛਿੱਤਰ ਉਹਦੇ ਤੋਂ ਹੀ ਮਰਵਾ ਦਿੱਤੇ। ਤੀਰ ਨਾ ਕਰੋ ਕਰੋ ਅਬ ਵਰਖਾ। ਸੋ ਭਾਈ ਡੱਲਾ ਜੀ ਨਾਲੇ ਤਾਂ ਉਹ ਧੌੜੀ ਦੀ ਜੁੱਤੀ ਵਗਾ ਵਗਾ ਕੇ ਇੰਦਰ ਨੂੰ ਛਿੱਤਰ ਮਾਰ ਰਹੇ ਆ, ਤੇ ਨਾਲੇ ਕਹਿੰਦੇ ਦੇਰ ਨਾ ਕਰ, ਹੁਣ ਗੁਰੂ ਦਾ ਬਚਨ ਮੰਨ ਤੇ ਹੁਣੇ ਹੀ ਵਰਖਾ ਕਰ ਦੇ। ਤੇਰੇ ਪ੍ਰਭੂ ਕੇ ਸੁਰਪਤ ਤਰਖਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਦੇ ਸਾਹਮਣੇ ਜਿਹੜਾ ਸੁਰਪਤ ਇੰਦਰ ਸੀ, ਇਹ ਧਰਖਾ, ਇਹ ਡੋਲ ਗਿਆ, ਇਹ ਕੰਬ ਗਿਆ। ਇਤਨੇ ਕਹੇ ਗਗਨ ਕਨ ਛਾਈ। ਬਸ ਇੰਨਾ ਕਹਿਣ ਦੀ ਦੇਰ ਸੀ, ਨਾਲ ਦੀ ਨਾਲ ਆਕਾਸ਼ ਦੇ ਵਿੱਚ ਬਹੁਤ ਸਾਰੇ ਬੱਦਲ ਆ ਗਏ, ਕਿਉਂਕਿ ਆਕਾਸ਼ ਦੇ ਵਿੱਚ ਬੱਦਲ ਉਹ ਮੀਂਹ ਪਾਉਂਦੇ ਆ। ਖਾਰੇ ਜਲ ਨੂੰ ਸਮੁੰਦਰ ਤੋਂ ਜਿਹੜਾ ਵਾਸ਼ਪੀਕਰਨ ਹੁੰਦਾ ਹੈ, 96 ਕਰੋੜ ਗੁਰਬਾਣੀ ਦੇ ਵਿੱਚ ਲਿਖਿਆ ਕਿ ਇਹਨਾਂ ਬੱਦਲਾਂ ਦੀ ਗਿਣਤੀ ਹੈ 96 ਕਰੋੜੀ ਮੇਘਮਾਲਾ ਪਾਣੀ ਹਾਰੀਆ। ਸੋ 999 ਨਦੀਆਂ ਹਮੇਸ਼ਾ ਹੀ ਜਾ ਕੇ ਸਮੁੰਦਰ ਦੇ ਵਿੱਚ ਪੈਂਦੀਆਂ ਰਹਿੰਦੀਆਂ। ਸਮੁੰਦਰ ਦੇ ਪਾਣੀ ਦਾ ਵਾਸ਼ਪੀਕਰਨ ਹੁੰਦਾ, ਬੱਦਲਾਂ ਵਿੱਚ ਜਾਂਦਾ ਹੈ, ਤੇ ਬੱਦਲ ਮੂਧੇ ਮੂੰਹ ਹਮੇਸ਼ਾ ਆਪਣੀ ਡਿਊਟੀ ਦੇ ਉੱਤੇ ਹਾਜ਼ਰ ਰਹਿੰਦੇ ਆ। ਸੋ ਇਸੇ ਤਰ੍ਹਾਂ ਜਦੋਂ ਭਾਈ ਡੱਲੇ ਨੇ ਇਹ ਬਚਨ ਕੀਤੇ, ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਮੰਨ ਕੇ ਇੰਦਰ ਨੂੰ ਜੁੱਤੀਆਂ ਮਾਰੀਆਂ, ਉਸ ਵੇਲੇ ਆਕਾਸ਼ ਵਿੱਚ ਇਹ ਮੇਘਮਾਲਾ ਆ ਗਈ। ਬੱਦਲ ਕਾਲੇ ਚਿੱਟੇ ਬੱਦਲਾਂ ਦੀ ਭਰਮਾਰ ਹੋ ਗਈ। ਜਲ ਗੇਰਨ ਲਾਗੇ ਸਮੁਦਾਈ। ਉਸ ਵੇਲੇ ਸਾਰੇ ਇਕੱਠੇ ਹੋ ਕੇ ਜਲ ਗੇਰਨ ਲੱਗ ਪਏ, ਵਰਖਾ ਵਰਸਾਉਣ ਲੱਗ ਪਏ। ਸ੍ਰੀ ਮੁਖ ਤੇ ਬਹੁ ਸੇ ਕਿਰਪਾਲਾ। ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਉੱਚੀ ਉੱਚੀ ਹੱਸੇ ਹਨ। ਕਿਰਪਾਲੂ ਸਤਿਗੁਰੂ ਜੀ। ਕਯੋ ਸ਼ਲੋਕ ਸਗਲ ਤਿਸ ਕਾਲਾ। ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦਾ ਸ਼ਲੋਕ ਉਚਾਰਨ ਕੀਤਾ। ਲੋਕ ਜਾਨੋ ਵਿਖੇ ਤਮਾਸਾ। ਹਜ਼ਾਰਾਂ ਲੋਕ ਖੜੇ ਹੋਏ ਉੱਥੇ ਇਹ ਸਾਰਾ ਅਚਰਜ ਕੌਤਕ ਦੇਖ ਰਹੇ ਹਨ। ਸੁਨਿਓ ਸ਼੍ਰੋਣ ਨਿਮ ਸ਼ਬਦ ਪ੍ਰਕਾਸ਼ਾ। ਸਾਰਿਆਂ ਨੇ ਆਪਣੇ ਸ਼੍ਰੋਣ, ਆਪਣੇ ਸਰਵਣਾ ਕੰਨਾਂ ਦੇ ਨਾਲ ਸੁਣਿਆ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਸ਼ਬਦ ਉਚਾਰਨ ਕੀਤਾ। ਉਹ ਜਿਹੜਾ ਸ਼ਬਦ ਹੈ ਆਸਾ ਦੀ ਵਾਰ ਵਿੱਚ ਆਉਂਦਾ, ਭੈ ਵਿੱਚ ਪਾਵਨ ਵਹਿ ਸਦਵਾਓ, ਭੈ ਵਿੱਚ ਚੱਲਹਿ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਇਹ ਸਾਰਾ ਸ਼ਬਦ, ਇਸ ਦੀ ਵਿਆਖਿਆ ਵੀ ਕਰਨੀ ਬਣਦੀ ਹੈ। ਸੋ ਸਮੇਂ ਦੀ ਇੱਥੇ ਸੰਪੂਰਨਤਾ, ਇਸ ਕਰਕੇ ਆਪਾਂ ਕੱਲ ਨੂੰ ਇਸ ਸ਼ਬਦ ਦੀ ਵਿਆਖਿਆ ਤੇ ਰਹਿੰਦੀ ਸਾਖੀ, ਰਹਿੰਦਾ ਇਤਿਹਾਸ ਅੱਗੇ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਉਪਰੰਤ ਗੁਰਫਤਿਹ ਗਜਾ ਕੇ ਅਰਦਾਸ ਦੇ ਵਿੱਚ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਦੇਹੋ ਸੱਜਣ ਅਸੀਸੜੀਆਂ, ਜੋ ਹੋਵੈ ਸਾਹਿਬ ਸਿਓ ਮੇਲ। ਲੋਕ ਹਜ਼ਾਰੋਂ ਵਿਖੇ ਤਮਾਸ਼ਾ ਸੁਨਿਓ ਸ਼੍ਰੋਣ ਸ਼ਬਦ ਪ੍ਰਕਾਸ਼ਾ।